ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਸਾਰੇ ਕਾਰਜਾਂ ਵਿੱਚ ਸਤਿਗੁਰੂ ਜੀ ਦੀ ਕਿਰਪਾ ਵਰਤੇ, ਤਾਤੀ ਵਾਓ ਨ ਲੱਗਈ। ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਤੋ ਸਾਰੀ ਸੰਗਤ 5 ਵਾਰੀ ਵਾਹਿਗੁਰੂ ਕਹਿ ਕੇ ਦੇਹੋ ਅਸੀਸ। ਵਾਹਿਗੁਰੂ 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 ਵਾਹਿਗੁਰੂ। ਇੱਕ ਜ਼ਰੂਰੀ ਬੇਨਤੀ ਹੈ ਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੱਚਿਆਂ ਵੱਲੋਂ ਫੋਨ ਆ ਰਹੇ ਨੇ ਕਿ ਸਾਡੇ ਸ਼ਹਿਰ ਵਿੱਚ ਤੁਸੀਂ ਕਦੋਂ ਸਾਡੀ ਕਾਪੀ ਜਮ੍ਹਾਂ ਕਰਨ ਵਾਸਤੇ ਆਉਣਾ ਹੈ, ਕਦੋਂ ਸਾਨੂੰ ਸਤਿਕਾਰ ਤੇ ਕੂਪਨ ਪ੍ਰਾਪਤ ਹੋਣਾ। ਕਿਉਂਕਿ ਬੱਚਿਆਂ ਨੇ ਬਹੁਤ ਹੀ ਪਿਆਰ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਅਸੀਸਾਂ ਲੈਣ ਵਾਸਤੇ, ਜੋ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਭਾਈ ਸਾਹਿਬ ਜੀ ਵੱਲੋਂ, ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਬੱਚਿਆਂ ਨੂੰ ਵਾਹਿਗੁਰੂ ਜਾਪ ਲਿਖਣ ਵਾਸਤੇ ਬੇਨਤੀ ਕੀਤੀ ਗਈ ਸੀ ਔਰ ਕਮਾਲ ਹੀ ਕਰ ਦਿੱਤੀ ਬੱਚਿਆਂ ਨੇ। ਅਸੀਂ ਭਾਵੇਂ 8 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ 6500 ਵਾਰੀ, 15 ਸਾਲ ਤੱਕ ਦੇ ਬੱਚਿਆਂ ਨੂੰ 13000 ਵਾਰੀ ਔਰ 25 ਸਾਲ ਤੱਕ ਦੇ ਬੱਚਿਆਂ ਨੂੰ 21000 ਵਾਰੀ ਵਾਹਿਗੁਰੂ ਲਿਖਣ ਵਾਸਤੇ ਬੇਨਤੀ ਕੀਤੀ ਸੀ। ਲੇਕਿਨ ਬੱਚਿਆਂ ਨੇ 4-4 ਗੁਣਾ, 5-5 ਗੁਣਾ ਔਰ ਕਈ ਬੱਚਿਆਂ ਨੇ ਤੇ 2.5 ਲੱਖ, 3-3 ਲੱਖ, 4-4 ਲੱਖ, 5-5 ਲੱਖ, ਇੱਕ ਬੱਚੇ ਨੇ 5.5 ਲੱਖ ਵਾਰੀ ਵਾਹਿਗੁਰੂ ਜਾਪ ਲਿਖਣ ਦੀ ਸੇਵਾ ਨਿਭਾਈ ਹੈ। ਸਤਿਗੁਰੂ ਜੀ ਨੇ ਤਰਸ ਕਰਕੇ ਸੇਵਾ ਲਈ। ਉਹ ਸਾਰੇ ਬੱਚਿਆਂ ਨੂੰ ਬੇਨਤੀ ਹੈ, ਜਿਨ੍ਹਾਂ ਦੀਆਂ ਕਾਪੀਆਂ ਜਮ੍ਹਾਂ ਹੋ ਗਈਆਂ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ, ਤੁਹਾਡਾ ਵੀ ਸ਼ੁਕਰਾਨਾ। ਜਿੱਥੋਂ ਤੱਕ ਅਜੇ ਨਹੀਂ ਪਹੁੰਚੇ, ਕੁਝ ਦਿਨਾਂ ਦੇ ਵਿੱਚ ਹੀ ਆਪ ਜੀ ਦੀਆਂ ਕਾਪੀਆਂ ਵੀ ਜਮ੍ਹਾਂ ਹੋ ਜਾਣਗੀਆਂ। ਔਰ ਬਹੁਤ ਸਾਰੇ ਬੱਚੇ ਇਹ ਕਹਿ ਰਹੇ ਨੇ ਵੱਡੇ ਇਨਾਮ ਕਦੋਂ ਨਿਕਲਣੇ ਨੇ। ਜਦੋਂ ਸਾਰਿਆਂ ਦੀਆਂ ਕਾਪੀਆਂ ਜਮ੍ਹਾਂ ਹੋ ਜਾਣਗੀਆਂ, ਆਪ ਜੀ ਨੂੰ ਬੇਨਤੀ ਹੈ, ਵੀਰਵਾਰ ਅਤੇ ਐਤਵਾਰ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਸਮਾਗਮ ਹੁੰਦਾ, ਆਪ ਜੀ ਜ਼ਰੂਰ ਭਾਵੇਂ ਇੱਥੇ ਪਹੁੰਚ ਕੇ ਜਾਂ ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਕੀਰਤਨ ਸਰਵਣ ਕਰਿਆ ਕਰੋ। ਇਸੇ ਸਟੇਜ ਤੋਂ ਜੋ ਡਰਾ ਨਿਕਲਣ ਦੀ ਤਰੀਕ ਹੈ ਉਹ ਅਨਾਊਂਸ ਕੀਤੀ ਜਾਏਗੀ, ਜੋ ਵੱਡੇ 400 ਇਨਾਮ ਨਿਕਲਣੇ ਨੇ। ਬਾਕੀ ਸਾਰੇ ਬੱਚਿਆਂ ਨੂੰ ਛੋਟਾ ਇਨਾਮ ਤੇ ਕੂਪਨ ਪ੍ਰਾਪਤ ਹੋ ਰਿਹਾ ਹੈ। ਜ਼ਰੂਰ ਆਪ ਜੀ ਕੀਰਤਨ ਸਰਵਣ ਕਰਿਆ ਕਰੋ ਔਰ ਇਸੇ ਸਟੇਜ ਤੋਂ ਹੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵੱਡੇ ਇਨਾਮ ਕਿਸ ਦਿਨ, ਕਿਹੜੀ ਤਰੀਕ ਨੂੰ ਨਿਕਲਣੇ ਨੇ, ਆਪ ਜੀ ਨੂੰ ਕੁਝ ਹਫ਼ਤੇ, 1-2 ਹਫ਼ਤੇ ਦੇ ਵਿੱਚ ਹੀ ਅਨਾਊਂਸਮੈਂਟ ਕਰ ਦਿੱਤੀ ਜਾਵੇਗੀ। ਆਪ ਜੀ ਨੇ ਧਿਆਨ ਦੇਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਨਾਲ ਜੁੜੋ ਜੀ। ਸਤਿਕਾਰਯੋਗ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦਰਸ਼ਨ ਕਰ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਰਾਏ ਬਰੇਲੀ ਤੋਂ, ਉਜੈਨ ਤੋਂ, ਲੁਧਿਆਣੇ ਤੋਂ ਪਹੁੰਚੀਆਂ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀਓ ਜੀ। आ गया भई अकाल की, वह चलायो पंथ। सब सिखन को हुक्म है, गुरु मान्यो ग्रंथ। ਸਾਰੀਆਂ ਸੰਗਤਾਂ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਅੱਜ ਦਾ ਪ੍ਰੋਗਰਾਮ ਬੜੀ ਪਿਆਰੀ ਰੂਹ ਬੀਬੀ ਕੌਲਾਂ ਭਲਾਈ ਕੇਂਦਰ ਨੂੰ ਵੀ ਪਿਆਰ ਕਰਨ ਵਾਲੇ, ਬੀਬੀ ਭਾਨੀ ਜੀ ਭਲਾਈ ਕੇਂਦਰ ਲੁਧਿਆਣਾ ਨੂੰ ਵੀ ਪਿਆਰ ਕਰਨ ਵਾਲੇ, ਹੋਰ ਸੰਸਥਾਵਾਂ ਨੂੰ ਵੀ ਪਿਆਰ ਕਰਨ ਵਾਲੇ, ਭਾਈ ਹਰਜਿੰਦਰ ਸਿੰਘ ਜੀ ਬੇਲਾਵੀਰ ਜੀ ਜੋ ਸਰੀਰ ਰੂਪੀ ਚੋਲਾ ਬਦਲ ਗਏ, ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਜੀ ਦੀ ਮਿੱਠੀ ਯਾਦ ਵਿੱਚ ਸਪੈਸ਼ਲ ਲੁਧਿਆਣੇ ਤੋਂ ਸਾਰੀ ਰਿਸ਼ਤੇਦਾਰੀ ਆਈ ਹੈ, ਕਿਉਂਕਿ ਜਿਸ ਦਿਨ ਉਹਨਾਂ ਦੀ ਡੈਥ ਹੋਈ ਹੈ ਕੁਝ ਮਹੀਨੇ ਪਹਿਲਾਂ, ਤੇ ਇਸੇ ਭਲਾਈ ਕੇਂਦਰ ਹੀ ਵਿਆਹ ਦੀ ਐਨਵਰਸਰੀ ਦਾ ਪ੍ਰੋਗਰਾਮ ਬੁੱਕ ਕਰਾਇਆ ਸੀ। ਉਹ ਫਿਰ ਬਿੱਲਾ ਵੀਰ ਜੀ ਦੇ ਘਰੋਂ ਭੈਣ ਜੀ ਜਸਵਿੰਦਰ ਕੌਰ ਜੀ ਦੀ ਭਾਵਨਾ ਸੀ ਵੀ ਉਹਨਾਂ ਦੀ ਜਿਹੜੀ ਯਾਦ ਵਿੱਚ ਸਮਾਗਮ ਜਿਹੜਾ ਹੈ ਉਹ ਇੱਥੇ ਹਾਜ਼ਰੀ ਲੱਗੇ। ਜੇ ਮੈਂ ਸਟੇਜ ਤੋਂ ਕਹਾਂ ਨਿਰਵੈਰ ਰੂਹ ਤੇ ਨਿਰਵੈਰ ਸੀ, ਜੇ ਮੈਂ ਸਟੇਜ ਤੋਂ ਕਹਾਂ ਬਈ ਬਾਂਹ ਫੜਨ ਵਾਲੇ, ਨਾਲ ਚੱਲਣ ਵਾਲੇ, ਸ਼ੋਅ ਕਰਕੇ ਨਹੀਂ ਪਿਆਰ ਦੇ ਵਿੱਚ ਸਹਾਇਤਾ, ਗੁਪਤ ਰੂਪ 'ਚ ਵੀ ਹਾਜ਼ਰੀਆਂ, ਬੜਿਆਂ ਸਰੀਰਾਂ ਨੂੰ ਉਹਨਾਂ ਦੇ ਜਾਣ ਨਾਲ ਜਿਵੇਂ ਧੱਕਾ ਲੱਗਦਾ ਨਾ ਅੰਦਰੋਂ, ਵੀ ਸਾਡਾ ਬਹੁਤ ਵੱਡਾ ਪਿਆਰ ਜਿਹੜਾ ਉਹ ਹੈ, ਤੇ ਉਹਦਾ ਹੁਕਮ ਹੈ ਵੀ ਇਸ ਗੁਲਦਸਤੇ 'ਚੋਂ ਫੁੱਲ ਜਿਹੜਾ ਉਹ ਟੁੱਟ ਗਿਆ, ਉਸ ਦੁਨੀਆ 'ਚ ਚਲਾ ਗਿਆ। ਇਹ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਪ੍ਰੋਗਰਾਮ ਹੈ, ਤੇ ਅੱਜ ਹੈ 7 ਤਰੀਕ, ਤੇ ਕੱਲ ਕੁਦਰਤੀ ਦਿਹਾੜਾ ਜਿਹੜਾ ਲੰਘਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਪਹਿਲੇ ਆਪਾਂ 10-15 ਮਿੰਟ ਗੁਰਤਾ ਗੱਦੀ ਦਿਵਸ ਦੀਆਂ ਹਾਜ਼ਰੀਆਂ ਭਰਨੀਆਂ, ਤੇ ਹਰ ਐਤਵਾਰ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਵੀ ਲੜੀਵਾਰ ਵਿਚਾਰ ਹੁੰਦੀ ਹੈ, ਉਹ ਵੀ ਭਰਨੀ ਹੈ। ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਭਾਵਨਾ ਬਣਾਓ। ਵਰਲਡ ਵਿੱਚ, ਦੁਨੀਆ ਤੇ ਸੰਸਾਰ ਤੇ ਕਿਸੇ ਯੁੱਗ ਵਿੱਚ ਮਿਸਾਲ ਨਹੀਂ, ਕਿਸੇ ਗ੍ਰੰਥ ਦੇ ਵਿੱਚ ਕਿਸੇ ਪੈਗੰਬਰ ਨੇ ਜੋਤ ਟਿਕਾਈ ਹੋਵੇ। ਆਖੋ ਸਤਿਨਾਮ। ਗੱਦੀ ਦਿੱਤੀ ਹੋਵੇ ਗ੍ਰੰਥ ਨੂੰ, ਇਹ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ। ਗੱਜ ਕੇ ਆਖੋ ਸਤਿਨਾਮ। ਉਹ ਕੱਲ ਦਿਨ ਲੰਘਿਆ ਜੀ, ਪਹਿਲੇ ਉਹਦੀ ਹਾਜ਼ਰੀ ਲਾਓ ਸਾਰੇ। ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ, ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ। ਸੰਗਤ ਬੋਲੇ ਧੰਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ਼ਾਬਾਸ਼। ਆਪਾਂ ਰਲ ਕੇ ਕੀਰਤਨ ਕਰਨਾ ਹੈ, ਰਲ ਕੇ। ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ, ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ।
साध संग गावे गुण गोविंद पूरन ब्रह्म ज्ञान पूरन ब्रह्म ज्ञान साध संग गावे गुण गोविंद पूरण ब्रह्म ज्ञान पूरण ब्रह्म ज्ञान पूरण ब्रह्म ज्ञान पूरण ब्रह्म ज्ञान परमेश्वर का परमेश्वर का बोलोगे सारे परमेश्वर धन श्री गुरु ग्रंथ साहिब जी धन श्री गुरु ग्रंथ संगत बोले वाह ओ धन श्री गुरु ग्रंथ साहिब जी धन श्री गुरु ग्रंथ साहिब जी परमेश्वर का धान पोथी परमेश्वर का धान परमेश्वर का परमेश्वर का साधक सिद्ध सगल मन चाह साधक सिद्ध सगल मन लोचे बिरले लाके ध्यान बिरले लाके ध्यान जैसे कृपाल होए मेरा स्वामी जैसे कृपाल होए मेरा स्वामी पूर्णता को काम पूर्णता को काम जाके हृदय वसे पै पंजन तिस जाने सगल जहान खेन पल बिसर नहीं मेरे करते खेन पल बिसर नहीं मेरे करते एगो नानक मांगे दान एगो नानक मांगे दान परमेश्वर का धान पोथी परमेश्वर का धान परमेश्वर का धान पोथी परमेश्वर का संगत बोले परमेश्वर आहा वाह वाह धन श्री गुरु ग्रंथ साहिब जी 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 वाह वाह ला लो समाधियां वाह 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 जिन्हों सेहत आग्ञा देती है चौंकड़े मार लो रस लियो भाई रस वाह
कोई ढिला ना पवे भाई ਮੇਰੇ गुरु ग्रंथ साहिब महाराज कौन ने लोग जाने एक गीत है, लोग जाने गीत है, बोलो लोग जाने गीत है, लोग जाने गीत है। ये तो ब्रह्म विचार, ये तो ब्रह्म विचार, ये तो ब्रह्म विचार, ये तो ब्रह्म विचार। संगत बोले जी ये तो समाधियां लाला, ये तो ब्रह्म विचार, ये तो ब्रह्म विचार, ये तो ब्रह्म विचार, ये तो ब्रह्म विचार। धन गुरु ग्रंथ साहिब ज्यों कांशी उपदेश होए मानस मरती बा, लोग जाने गीत है, ये तो ब्रह्म विचार। परमेश्वर का मान पोथी, परमेश्वर का 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 वाणी निरंकार है, वाणी निरंकार है, वाणी निरंकार है, वाणी निरंकार है। वाणी निरंकार है, वाणी निरंकार है। जुड़ जाओ दुनिया भूल जाए, वाणी निरंकार है, वाणी निरंकार है। वागो वागो वाणी निरंकार है। दस जय वडयावर न कोय, दस जय वडयावर न कोय। परमेश्वर का मान पोथी, परमेश्वर का परमेश्वर का थान पोथी, परमेश्वर का वाहगुरु 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 वाहगुरु
परमेश्वर का थान, परमेश्वर का थान पोथी, परमेश्वर का परमेश्वर का थान पोथी, परमेश्वर का संगत बोले परमेश्वर थान। परमेश्वर का थान पोथी, बोलो सारे परमेश्वर का परमेश्वर का थान पोथी, परमेश्वर का थान। परमेश्वर तो वड्डा कोई नहीं। गुरबाणी नूं किड्डा वड्डा दर्जा ये परमेश्वर रूप गज के आखो सतनाम वाहिगुरू। समय की घाट है, होर प्रमाण दिल करदा सी देईए। वाहो वाहो बाणी सच है, सच दा अर्थ परमेश्वर। सच मिलावा होए रब ना मिला देंदी है। और जेड़ी तुसी शब्द सुन रहे हो पोथी परमेश्वर का थान, यदी दूजी पंक्ति है गरीब नवाज सच्चे पातशाह जी ने दूजी पंक्ति है, साध संग गावे गुण गोबिंद पूर्ण ब्रह्म ज्ञान। जो इहदे विच लिखिया उचारण कीता, इहनूं संगत विच बह के गा पढ़ सुन कमा, तैनूं ब्रह्म ज्ञान की दात झोली च पै जाए। दुश्मन खत्म हो जाने, वैर खत्म हो जाने। गुरबाणी सुन मैल गवाए, मैल खत्म कर देंदी। खोण वाले देण वाले बन जाते, मुख विचों खिंचण वाले पाउण वाले बन जाते। ये ओ खजाना कह दो गज के साथ। और एक कदी नज़ारा वेखना होवे ते दरबार साहब वेख सकते हो, हरमंदर साहब वेख सकते हो। ये मैं स्टेज तो कहना उसकी किरपा नाल। ये गुरु रामदास जी का दर हरमंदर साहब इन्ना वड्डा है, इस स्थान तो अनेकां ब्रह्म ज्ञानी पैदा हो चुके ने, अनेकां ब्रह्म ज्ञानी पैदा हो रहे ने, रहंदी दुनिया तक अनेकां ब्रह्म ज्ञानी पैदा होंदे रहणगे। अंदर अठे पैर एक खजाना संगत रूप च गाया जा रहा। कह दो गज के साथ, साध संग गावे गुण गोबिंद। आशिक बनो आशिक, प्रेमी बनो प्रेमी। एहो जे प्रेमी बनो कि किते गुरु रामदास जी दे घर जाण दा समा मिले, तीन तीन जथे बदल जान, तुहाडा चौंकड़ा ना टुटे। ऐसी भुख लगे, प्यास लगे, बच्चा भी कीर्तन कर रहा होवे, आपां विचों रस लईए। कह दो गज के साथ ना। जरूरी नहीं कोई रागी बड़ा बैठो उदों ही आवां, नहीं। जेड़े प्रेमी ने, जेड़े आशिक ने, उन्हां दी खुराक बन जाती बाणी। ये छोटी शहीदां असीं कह देने, छोटी शहीदां गुरुद्वारा सत्संग सभा बाबा दीप सिंह का स्थान लुहारां वाले बाजार। माता प्रकाशवती कौर जी हुण शरीर करके नहीं, जदों हुंदे सी
ਤਾਬਿਆਂ ਬੈਠੇ ਹੋਣਾ ਮਹਾਰਾਜ ਜੀ ਦੇ, ਇੱਕ ਜਥਾ, ਦੂਜਾ ਜਥਾ, ਤੀਜਾ ਜਥਾ, ਚੌਥਾ ਜਥਾ, 6-6 ਘੰਟੇ ਸੇਵਾਦਾਰ ਨੇ ਆ ਕੇ ਕਹਿਣਾ ਮਾਤਾ ਜੀ ਭੁੱਖ ਲੱਗੀ ਹੋਣੀ, ਕੁਝ ਛਕ ਲਓ। ਕਹਿੰਦੇ ਲੱਗੀ ਹੈ। ਫਿਰ ਦੱਸੋ ਜੀ, ਆਪ ਜੀ ਉੱਠੋ, ਇੱਥੇ ਕਿਸੇ ਤਾਬਿਆਂ ਹੋਰ ਕਿਸੇ ਨੂੰ ਭਾਈਏ, ਆਪ ਜੀ ਕੁਝ ਛਕ ਲਓ ਜੇ ਲੱਗੀ ਏ। ਕਹਿੰਦੇ ਆ ਭੁੱਖ ਲੱਗੀ ਏ, 2 ਕੁ ਜਥੇ ਹੋਰ ਲਾ ਦੇ। ਆਖੋ ਸਤ। ਇਸ ਤਰ੍ਹਾਂ ਜਿਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਏ, ਫਿਰ ਵੇਖੋ ਮਹਾਰਾਜ ਨੇ ਦੂਜੀ ਪੰਕਤੀ ਚ ਆਖਿਆ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ। ਇਹ ਉੱਥੋਂ ਤੱਕ ਫਿਰ ਪਹੁੰਚਦੇ ਆ, ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਜੀ। ਏਡੀਆਂ ਵੱਡੀਆਂ ਦਾਤਾਂ ਤੱਕ ਜੀਵ ਪਹੁੰਚਦਾ। ਬ੍ਰਹਮ ਗਿਆਨ ਕੀ ਹੈ? ਸਾਰਾ ਕੁਝ ਅੰਦਰ ਦਾ ਉਲਟਾ ਹੋ ਜਾਂਦਾ, ਮੁਖ ਚੋਂ ਖੋਣ ਵਾਲਾ ਪਾਉਣ ਵਾਲਾ ਬਣ ਜਾਂਦਾ, ਸਾਰੀ ਚੀਜ਼ ਹੀ ਉਲਟੀ ਹੋ ਜਾਂਦੀ। ਅੰਦਰ ਸ਼ਾਂਤੀ ਹੀ ਕਿਸੇ ਦਾ ਸਵਾਰ ਕੇ ਮਿਲਦੀ, ਚਾਨਣਾ ਹੋ ਜਾਂਦਾ। ਕੀ ਨਾਲ ਜਾਣਾ, ਚਾਨਣਾ ਹੋ ਜਾਂਦਾ, ਸਾਰਾ ਕੰਮ ਹੀ ਉਲਟਾ। ਜਿਵੇਂ ਮੈਂ ਅੱਗੇ ਗੱਲ ਸੁਣਾਈ ਸੀ ਆਪ ਜੀ ਨੂੰ, ਬਈ ਇੱਕ ਮਾਤਾ ਨੂੰ 4 ਸਟੇਜ ਦੀ ਕੈਂਸਰ ਹੋ ਗਈ, 4 ਸਟੇਜ ਦੀ। ਬੇਟੇ ਨੇ ਕਦੇ ਸੇਵਾ ਨਹੀਂ ਕੀਤੀ, ਘਰ ਵਾਲਾ ਚੜ੍ਹਾਈ ਕਰ ਚੁੱਕਾ ਸੀ, ਬੇਟੀ ਸੀ ਅਮਰੀਕਾ। ਹੁਣ ਡਾਕਟਰ ਨੇ ਜਦੋਂ ਕਹਿਤਾ ਜੀ 4 ਦਿਨ ਜ਼ਿੰਦਗੀ ਤੁਹਾਡੀ, ਬਿਲਕੁਲ ਹੁਣ ਅਖੀਰਲੇ ਪਲਾਂ ਤੇ ਆ ਕੰਮ। ਬੇਟੀ ਨੂੰ ਬੁਲਾ ਲਿਆ। ਜਦੋਂ ਬੇਟੀ ਨੂੰ ਬੁਲਾਇਆ ਤੇ ਉਹ ਮਾਤਾ ਨੇ ਆਖਿਆ ਵਸੀਕਾ ਲਿਆ, ਵਕੀਲ ਲਿਆ, ਸਾਰੇ ਕਾਗਜ਼ ਲਿਖਾ ਲੈ, ਜਿੰਨੀ ਮੇਰੀ ਜਾਇਦਾਦ ਹੈ ਸਾਰੀ ਆਪਣੇ ਨਾਂ ਕਰਵਾ ਲੈ। ਪੁੱਤਰ ਨੇ ਮੇਰੀ ਸੇਵਾ ਨਹੀਂ ਕੀਤੀ, ਇਹਨੂੰ ਮੈਂ ਕੁਝ ਨਹੀਂ ਦੇਣਾ। ਆਖੋ ਸਤਿਨਾਮ। ਸਾਰੀ ਤੂੰ ਆਪਣੇ ਨਾਂ ਕਰਾ। ਉਹ ਬੇਟੀ ਰੋ ਪਈ, ਕਹਿਣ ਲੱਗੀ ਨਹੀਂ ਮਾਂ, ਉਹਨੇ ਸੇਵਾ ਕੀਤੀ ਹੈ ਜਾਂ ਨਹੀਂ ਕੀਤੀ, ਕਿਵੇਂ ਵੀ ਹੈ, ਤੂੰ ਦਇਆ ਦੇ ਖਾਤੇ ਵਿੱਚੋਂ, ਮੈਂ ਰੱਜੀ ਪਈਆਂ, ਮੈਂ ਅਮਰੀਕਾ ਜਾਂ ਮੈਂ ਰੱਜੀ ਪਈਆਂ। ਰੱਜ ਵੱਡਾ, ਅਮਰੀਕਾ ਵੱਡਾ ਨਹੀਂ, ਰੱਜ ਕਿਸੇ ਨੂੰ ਆਉਂਦਾ ਹੈ। ਮੈਂ ਰੱਜੀ ਪਈਆਂ, ਮੇਰੇ ਤੇ ਕਿਰਪਾ ਹੈ, ਮੇਰਾ ਤੇ ਮਨ ਸਾਰਾ ਕੁਝ ਬੇਟੇ ਦੇ ਨਾਂ ਤੇ ਕਰ, ਨਹੀਂ ਵੀ ਸੇਵਾ ਕੀਤੀ। ਜੇ ਬਹੁਤ ਹੈ ਤੇ ਅੱਧੀ ਉਹਦੇ ਨਾਂ ਕਰ, ਅੱਧੀ ਮੇਰੇ ਨਾਂ ਕਰ ਦੇ। ਇਹ ਵਿਰਲਾ ਕੋਈ ਹੁੰਦਾ ਜੇ ਜਿਹੜਾ ਮਾਇਆ ਨੂੰ ਧੱਕਾ ਦੇਵੇ ਬਈ ਦੂਜੇ ਦਾ ਵੀ ਹੱਕ। ਮਾਂ ਕਹਿੰਦੀ ਉਹਨੇ ਕੀਤਾ ਹੀ ਕੁਝ ਨਹੀਂ, ਤੈਨੂੰ ਮੈਂ ਸਾਰਾ ਦਿਨ ਹੀ। ਉਹ ਕਹਿਣ ਲੱਗੀ ਮਾਤਾ ਉਹਦੀ ਜਿਹੜੀ ਹਾਂ ਲੱਗੇਗੀ, ਬਦਸੀਸ ਲੱਗੇਗੀ ਨਾ, ਉਹ ਮੈਨੂੰ ਸਾਰੀ ਜ਼ਿੰਦਗੀ ਚੈਨ ਨਹੀਂ ਦੇਣ ਦੇਗੀ। ਆਖੋ ਸਤਿਨਾਮ। ਮੇਰੀ ਬੇਨਤੀ ਹੈ, ਜੇ ਬਹੁਤ ਕਰਨਾ ਉਹਦੇ ਨਾਮ ਹੀ ਅੱਧਾ ਜ਼ਰੂਰ ਲਿਖ। ਇਹ ਉਹ ਲਿਖਦਾ ਹੈ ਜਿਹਦੇ ਅੰਦਰ ਦੂਸਰਾ ਕੰਮ ਉਲਟਾ ਹੋਇਆ ਹੋਵੇ, ਮੇਰੇ ਹੱਥੋਂ ਕਿਸੇ ਨਾਲ ਨਜਾਇਜ਼ ਨਾ ਹੋਵੇ। ਆਖੋ ਸਤਿਨਾਮ। ਉਲਟੀ ਰੇ ਮਨ ਉਲਟੀ ਰੇ, ਸਾਕਸੋਂ ਕਰ ਉਲਟੀ ਰੇ, ਅੰਦਰ ਦੇ ਸਾਰੇ ਕਰਮ ਹੀ ਬਦਲ ਜਾਂਦੇ। ਇਹਨੂੰ ਬ੍ਰਹਮ ਗਿਆਨੀ ਕਹਿੰਦੇ। ਇਹੀ ਬ੍ਰਹਮ ਗਿਆਨ ਹੈ ਸਾਰੀ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਵਲੀ ਕੰਧਾਰੀ ਕੋਲ ਜਾ ਕੇ? ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ ਭੂਮੀਏ ਚੋਰ ਕੋਲ ਜਾ ਕੇ? ਸੋਚ ਚੇਂਜ ਕਰਤੀ, ਸੋਚ। ਆਖੋ ਸਤਿਨਾਮ। ਜਦੋਂ ਸੋਚ ਚੇਂਜ ਹੋ ਗਈ, ਖਿਆਲ ਚੇਂਜ ਹੋ ਗਏ, ਹੋਣ ਵਾਲੇ ਵੰਡਣ ਵਾਲੇ ਖਿਆਲ ਬਣ ਗਏ। ਇਹ ਵੀ ਇੱਕ ਬ੍ਰਹਮ ਗਿਆਨ ਦਾ ਹਿੱਸਾ ਹੀ ਹੈ। ਆਖੋ ਸਤਿਨਾਮ। ਮਹਾਰਾਜ ਕਹਿੰਦੇ ਸੰਗਤ ਕਰਿਆ ਕਰ, ਬਾਣੀ ਦਾ ਪੱਲਾ ਫੜ। ਇਹ ਵੱਡੀਆਂ ਦਾਤਾਂ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਤੈਨੂੰ ਪ੍ਰਾਪਤ ਹੋ ਜਾਣਗੀਆਂ। ਇਹ ਕੱਲ ਦਿਨ ਲੰਘਿਆ ਕੁਦਰਤੀ 6 ਨਵੰਬਰ 2021। ਇੱਕ ਵਾਰੀ ਫੇਰ ਬੋਲੋ ਪਿਆਰ ਨਾਲ। परमेश्वर का धान पुत्री, परमेश्वर का परमेश्वर का धान पोथी, परमेश्वर का। बोलो जी।
का धान बोधि परमेश्वर का धान। बोलो जी पर धान गुरु गोबिंद सिंह महाराज आराम कर रहे थे। वक्खी दे विच पिठ वाले बन्निओ दो पठाना ने खंजर दा वार कीता। आखो सतनाम। उन्हां दे नां आए ने गुल खां ते रुस्तम खां। महाराज दा हथ श्री साहिब ते सी। एकदम उठ के एक दा सिर उत्थे ही लाता, एक नूं सिखां ने पकड़ लिया। वो जिथे खंजर वज्जा अंग्रेज डॉक्टर जिहदा नाम आया मिस्टर कौल, उन्हें आके जख्म सीते, उन्हें आके इलाज। महाराज हसी जान हसी जान। चलो हफ्ते 10 दिन में जख्म राजी हो गए, 15-20 दिन बीते होर राजी हो गए। गुरु गोबिंद सिंह बैठे, सारे सिखां दे चेहरे खिड़ गए, किरपा हो गई। एक नगर चों जथा आया तो उन्होंने तीर कमान भेटा किया, कमान भी ते कुछ तीर भी, चिला भी। चिला हुंदा जिहड़ा कमान दे उत्ते चढ़दा। ते महाराज कहते कोई सिख उठे ते कमान ते चिला चढ़ावे। ये बड़ा औखा चढ़ता जी, एक बन्ने पा के दूजे बन्ने पूरा जोर ला के चढ़ाना होंदा है। ये तां तीर कई मील दूर जाता, उसकी खिच ना। 2-4 शरीरां ने यतन किया तो चिला चढ़े ना। हुण गुरु गोबिंद सिंह महाराज सच्चे पातशाह ने आप फड़िया चिला, एक बन्ने पा के कमान ते दूजे बन्ने जोर नाल चढ़ाण लगे, ओह जख्म फिर फट गया। आखो सतनाम। ये चीज़ां अज जिहड़ा परिवार प्रोग्राम करा रहा भैन जी जसविंदर कौर जी का, उन्होंने भी रिलीफ मिलेगी। रिलीफ मैनू पूरी उम्र तो नहीं पता, पर कैसा साडा प्यो गुरु गोबिंद सिंह महाराज, कैसा साडा प्यो है। 42 साल विच गज के आखो सतनाम। चोला बदल इन्हां चीज़ां नाल रिलीफ मिलती है। आउण जाउण दे हुक्म नूं गुरु साहब समर्थ होंदियां भी अपने ते हंडाया। कह दिओ गज के सतनाम। वो जख्म दोबारा फटिया, ओहो डॉक्टर दोबारा आया मिस्टर कौल, उन्हें फिर आके टांके लाए, जो कुछ किया। ते महाराज हसी जान। सिख कहंदे महाराज हस क्यों रहे? कहंदे हुण जिन्ने मर्जी डॉक्टर बुला लो, हुण साडी दरगाह जाण दी तैयारी है। कह दो गज के साथ। हुण मैनू लंबा करा तो बड़ा लंबा हो जाएगा, टाइम पूरा सूरा है। 9वें महल्ले के अर्थ भी करने आपां। बई सिखां पुछया भी महाराज अगों की होना, तुसीं लिख दिता, पिछों कित्थों? तो महाराज पिछला भी लिखिया, अगला भी। जो दरबार साहब तुसीं 84 च वेख्या, सब 100 साखी च लिखिया। आखो सतनाम। तो पिछला भी लिखिया, हेमकुंड पर्वत है जहाँ सपत सिरंग शोभित है तहाँ, तय हम अद तपस्या साधी, महाकाल काल का राधी, ए विद कर तपस्या भयो, दवैते एक रूप है गयो। पिछला भी लिखिया। सिख कहंदे महाराज तुसीं अंतरजामी, अग्गा पिछा सब लिख दिता। वो पठान पता नहीं लगा आप जी महाराज पिठ वाले बने। ते गुरु गोबिंद सिंह ने आख्या ये खंजर साडी दरगाह जान दा बाना बनना। कह दो गज के साथ। किसी का हार्ट अटैक बहाना बनता है, किसी का शुगर बहाना बनती है, किसी का कोई होर बहाना बनता।
ਹੁਣ ਜਿਹੜੇ ਦੁਆਪਰ ਦੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ, ਉਹਨਾਂ ਦੇ ਪੈਰ 'ਚ ਪਦਮ ਸੀ। ਹੁਣ ਤੁਸੀਂ ਕਈ ਵਾਰੀ ਘਰ ਲੰਮੇ ਪੈਂਦੇ ਹੋ ਨਾ, ਤੇ ਆਪਣੇ ਗੋਡੇ ਦੇ ਉੱਤੇ ਪੈਰ ਰੱਖ ਲੈਂਦੇ ਹੋ, ਥੋੜੀ ਰਿਲੀਫ ਮਿਲਦੀ ਹੈ। ਬੰਦਾ ਇੰਜ ਆਪਣੇ ਗੋਡੇ ਤੇ ਪੈਰ ਰੱਖ ਲੈਂਦਾ ਲੰਮੇ ਪਿਆ। ਕ੍ਰਿਸ਼ਨ ਜੀ ਇੰਜ ਲੰਮੇ ਪਏ ਸੀ, ਤੇ ਸ਼ਿਕਾਰੀ ਨੇ ਦੂਰੋਂ ਸਮਝਿਆ ਹਿਰਨੀ ਦੀ ਅੱਖ ਹੈ, ਪਦਮ ਸੀ। ਕ੍ਰਿਸ਼ਨ ਜੀ ਦੇ ਚਰਨਾਂ 'ਚ ਪਦਮ ਸੀ, ਤੇ ਸ਼ਿਕਾਰੀ ਨੇ ਸਮਝਿਆ ਹਿਰਨੀ ਦੀ ਅੱਖ। ਉਹਨੇ ਤੀਰ ਮਾਰਤਾ। ਉਹ ਜੋ ਤੀਰ ਲੱਗਾ ਕ੍ਰਿਸ਼ਨ ਜੀ ਦੇ ਪੈਰਾਂ ਦੇ ਵਿੱਚ, ਕ੍ਰਿਸ਼ਨ ਜੀ ਜ਼ਮੀਨ ਤੇ ਲੇਟਣ ਲੱਗ ਪਏ, ਲੇਟੀ ਲੈਣ ਲੱਗ ਪਏ। ਸ਼ਿਕਾਰੀ ਕੋਲ ਆਇਆ ਵੀ ਹਿਰਨੀ ਜ਼ਖਮੀ ਹੋ ਗਈ ਹੋਊਗੀ। ਉਹ ਸ਼ਿਕਾਰੀ ਜਦੋਂ ਕੋਲ ਆਇਆ ਤੇ ਸਾਧ ਸੰਗਤ ਜੀ ਵੇਖਿਆ ਇਹ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਬਾਹਾਂ ਚੁੱਕ ਲਈਆਂ। ਮੈਂ ਕਿੱਥੇ ਲੇਖਾ ਦਿਆਂਗਾ, ਆਖੋ ਸਤਿਨਾਮ। ਮੈਂ ਤੁਹਾਡੇ ਤੇ ਤੀਰ ਚਲਾ ਬੈਠਾ, ਤੁਹਾਡੇ ਤੇ ਮੈਂ ਕਿੱਥੇ ਲੇਖਾ। ਇਤਿਹਾਸ ਹੈ, ਭਾਈ ਗੁਰਦਾਸ ਜੀ ਦੀ ਵਾਰ ਪੜ੍ਹਿਓ। ਫਿਰ ਭਾਈ ਗੁਰਦਾਸ ਜੀ ਨੇ ਲਿਖਿਆ, ਗੱਲ ਵਿੱਚ ਲੀਤਾ ਕ੍ਰਿਸ਼ਨ ਜੀ, ਔਗਣ ਕੀਤੇ ਹਰ ਨਾ ਚਿਤਾਰੇ। ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਵਾਂਗੀ ਚਮਕਣ ਤਾਰੇ। ਇਹ ਭਾਈ ਗੁਰਦਾਸ ਜੀ ਦੀ ਵਾਰ ਹੈ ਪੂਰੀ। ਬਦਕ ਆਇਆ ਭਾਲਦਾ, ਮੈਂ ਸ਼ਿਕਾਰੀ ਲਫ਼ਜ਼ ਬੋਲਿਆ, ਉਹਨਾਂ ਬਦਕ ਲਿਖਿਆ। ਬਦਕ ਸ਼ਿਕਾਰੀ ਨੂੰ ਕਹਿੰਦੇ। ਹਿਰਨੀ ਬਾਣ ਸਮਝ ਲੈ ਮਾਰੇ, ਮਿਰਗੀ ਬਾਣ ਸਮਝ ਲੈ ਮਾਰੇ, ਹਿਰਨੀ ਸਮਝ ਕੇ ਬਾਣ ਮਾਰਿਆ। ਇਹ ਭਾਈ ਗੁਰਦਾਸ ਜੀ ਦੀ ਵਾਰ ਹੈ। ਫਿਰ ਉਹਨਾਂ ਨੇ ਜਦੋਂ ਆਖਿਆ ਕ੍ਰਿਸ਼ਨ ਜੀ ਨੂੰ, ਮਹਾਰਾਜ ਆਪ ਜੀ ਅੰਤਰਜਾਮੀ, ਇੰਨੀ ਕਿਰਪਾ। ਪ੍ਰੇਮੀਆਂ ਨੇ ਕਿਹਾ ਵੀ ਇਹ ਮਹਾਰਾਜ, ਕ੍ਰਿਸ਼ਨ ਜੀ ਕਹਿੰਦੇ ਇਹ ਤੀਰ ਜਿਹੜਾ ਸਾਡੀ ਦਰਗਾਹ ਜਾਣ ਦਾ ਬਹਾਨਾ ਬਣਨਾ। ਆਖੋ ਸਤਿਨਾਮ। ਇਹ ਸਾਡਾ ਬਹਾਨਾ। ਹੁਣ ਮੈਂ ਤੀਰ ਦੀ ਪੂਰੀ ਸਟੋਰੀ ਸੁਣਾਵਾਂ ਤੇ ਬੜੀ ਵੱਡੀ ਹੈ। ਦੁਰਵਾਸ਼ਾ ਸਿਉ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਕ੍ਰਿਸ਼ਨ ਜੀ ਦੀ ਕੁੱਲ ਯਾਦਵ ਹੈ। ਦੁਰਵਾਸ਼ਾ ਰੇਖੀ ਉਹਨਾਂ ਦੇ ਗੁਰੂ ਹੋਏ ਨੇ, ਪੈਗੰਬਰ। ਤੇ ਕੁਝ ਯਾਦਵ ਕੁੱਲ ਦੇ ਮੁੰਡਿਆਂ ਨੇ ਮਜ਼ਾਕ ਕਰਤਾ। ਕਦੀ ਸੰਤਾਂ ਮਹਾਂਪੁਰਸ਼ਾਂ ਨਾਲ ਮਜ਼ਾਕ ਨਾ ਕਰਿਓ, ਸਵਾਦ ਨਾ ਲਿਓ, ਪੈ ਜਾਂਦੀ ਹੈ। ਇੱਕ ਲੜਕੇ ਦੇ ਪੇਟ ਤੇ ਪਤੀਲਾ ਬੰਨ ਕੇ ਨਾ, ਤੇ ਉਹਨੂੰ ਕੱਪੜੇ ਪਵਾ ਕੇ ਕੁੜੀਆਂ ਲੈ, ਤੇ ਦੁਰਭਾਸ਼ਾ ਰਿਖੀ ਅੱਗੇ ਕਰਤਾ ਯਾਦਵ ਕੁਲ ਦੇ ਕੁਝ ਲੜਕਿਆਂ ਨੇ। ਰਿਖੀ ਜੀ ਦੱਸੋ ਇਹਦੇ ਪੇਟ ਚੋਂ ਕੀ ਜਨਮ ਲਏਗਾ, ਲੜਕਾ ਲਏਗਾ ਕਿ ਲੜਕੀ? ਆਖੋ ਸਤਿਨਾਮ। ਐਸੀ ਪਤੀਲਾ ਦੁਰਭਾਸ਼ਾ ਰਿਖੀ। ਉਹ ਫਿਰ ਬਚਨ ਨਿਕਲ ਗਿਆ, ਕਹਿੰਦੇ ਇਹਦੇ ਪੇਟ ਚੋਂ ਉਹ ਚੀਜ਼ ਜਨਮ ਲਏਗੀ ਜਿਹੜੀ ਤੁਹਾਡੀ ਕੁੱਲ ਦਾ ਨਾਸ ਕਰੇਗੀ। ਕ੍ਰਿਸ਼ਨ ਜੀ ਨੂੰ ਸੁਨੇਹਾ ਪਹੁੰਚਿਆ, ਉਹ ਵੀ ਯਾਦਵ ਕੁਲ ਚ। ਮਹਾਰਾਜ ਦੁਰਭਾਸ਼ਾ ਰਿਖੀ ਇੱਕਦਮ ਬਚਨ ਛੱਡ ਦਿੰਦੇ ਸੀ। ਉਹਨਾਂ ਨੇ ਆਹ ਬਚਨ ਛੱਡਦਾ ਵੀ ਅਸੀਂ ਠਗੌਰੀ ਕੀਤੀ। ਇਹ ਗੁਰਬਾਣੀ ਦੀ ਪੰਕਤੀਆਂ, ਦੁਰਭਾਸ਼ਾ ਸਿਉ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਆਖੋ ਸਤਿਨਾਮ। ਯਾਦਵ ਕੋਲ ਕਿ ਮਹਾਰਾਜ ਜੀ ਅਸੀਂ ਤੇ ਠਗੌਰੀ ਕਰ ਬੈਠੇ ਆ, ਇਹ ਕਦੀ ਨਾ ਕਰਿਓ। ਸੰਤਾਂ ਨਾਲ ਮਸ਼ਕਰੀ, ਕੁੱਲ ਡੋਬਣ ਕੀ ਰੀਤ। ਅੰਦਰੋਂ ਸਿਆਣਾ ਬਾਹਰੋਂ ਭੋਲਾ, ਗੁਰਸਿੱਖੀ ਗੁਰਸਿੱਖ ਸੁਣ। ਜਿਹੜੇ ਸੰਤ ਮਹਾਂਪੁਰਸ਼ ਬਾਹਰੋਂ ਭੋਲੇ ਹੁੰਦੇ ਨੇ, ਅੰਦਰੋਂ ਸਭ ਸਮਝਦੇ ਸਾਡੇ ਨਾਲ ਕੌਣ ਕੀ ਕਰ ਰਿਹਾ। ਆਖੋ ਸਤਿਨਾਮ। ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ, ਪਰ ਹੁਕਮ ਹੁੰਦਾ ਵੀ ਕੋਈ ਨਹੀਂ ਭੋਲੇ, ਆਪਾਂ ਭਲਾ ਹੀ ਕਰਨਾ। ਤੇ ਮੈਂ ਇੱਕ ਗੱਲ ਕਰ ਰਿਹਾ, ਕ੍ਰਿਸ਼ਨ ਜੀ ਕਹਿੰਦੇ ਪਤੀਲਾ ਨਦੀ ਦੇ ਕਿਨਾਰੇ ਤੇ ਰਗੜ ਰਗੜ ਕੇ ਖਤਮ ਕਰ ਦਿਓ। ਆਖੋ ਸਤਿਨਾਮ। ਨਦੀ ਦੇ ਕਿਨਾਰੇ, ਉਹ ਨਦੀ ਦੇ ਕਿਨਾਰੇ ਤੇ ਰਗੜਦੇ ਪਏ ਵੀ ਪਤੀਲੇ ਨੂੰ ਰਗੜ ਕੇ, ਤੇ ਇੰਨਾ ਕੁ ਪੀਸ ਰਹਿ ਗਿਆ। ਉਹ ਰਗੜਦਿਆਂ ਯਾਦਵਾਂ ਦੀ ਆਪਸ ਚ ਲੜਾਈ ਹੋ ਗਈ। ਇੰਨਾ ਕੁ ਪੀਸ ਨਦੀ 'ਚ ਡਿੱਗਾ ਜਿਹੜਾ ਮੱਛੀ ਦੇ ਮੂੰਹ 'ਚ ਚਲਾ ਗਿਆ। ਇੰਨਾ ਕੁ ਪੀਸ, ਬਾਕੀ ਉਹਨਾਂ ਦੀ ਲੜਾਈ ਹੋ ਗਈ ਆਪਸ। ਉਸ ਲੜਾਈ ਵਿੱਚ ਫਿਰ ਉਹ ਬਚਨ ਵਰਤਣਾ ਸ਼ੁਰੂ ਹੋ ਗਿਆ ਵੀ ਇਹਨਾਂ ਦੇ ਪੇਟ 'ਚ ਉਹ ਜਨਮ ਲਊ ਕੁੱਲ ਦਾ। ਉਹ ਜਿਹੜਾ ਮੱਛਲੀ ਦਾ ਮੂੰਹ 'ਚ ਚਲਾ ਗਿਆ ਤੀਰ, ਇੰਨਾ ਕੁ ਟੁਕੜਾ ਲੋਹੇ ਦਾ। ਜਿੰਨੇ ਮੱਛੀ ਖਰੀਦੀ ਉਹ ਸੀ ਲੋਹਾਰ, ਤੀਰ ਬਣਾਉਣ ਵਾਲਾ। ਉਹ ਟੁਕੜਾ ਨਿਕਲਿਆ, ਉਹਨੇ ਉਸ ਟੁਕੜੇ ਨਾਲ ਤੀਰ ਬਣਾਇਆ। ਵੇਖੋ ਕਿਹੜੀ ਚੀਜ਼ ਕਿੱਥੋਂ ਕਿੱਥੋਂ ਘੁੰਮ ਕੇ ਜਾਂਦੀ ਹੈ। ਆਖੋ ਸਤਿਨਾਮ।
ਉਸ ਟੁਕੜੇ ਦਾ ਤੀਰ ਦਾ ਅਗਲਾ ਹਿੱਸਾ ਬਣਿਆ ਰੱਬ ਵੱਲੋਂ। ਉਹ ਲੋਹਾਰ ਸੀ ਜਿਹਨੇ ਮੱਛੀ ਲਈ, ਉਹ ਤੀਰ ਵੇਖੋ ਉਸੇ ਤਰ੍ਹਾਂ ਬਹਾਨਾ ਬਣਿਆ ਸ਼ਿਕਾਰੀ ਦੇ ਰਾਹੀਂ, ਕਿਉਂਕਿ ਉਹ ਵੀ ਯਾਦਵ ਕੋਲਸੋ ਜੀ ਕਹਿੰਦੇ ਵੀ ਮੇਰੇ ਗੁਰਦੇਵ ਦਾ ਹੁਕਮ ਹੈ, ਮੈਂ ਆਪਣੇ ਤੇ ਵੀ ਨਹਾਉਣਾ। ਆਖੋ ਸਤਿਨਾਮ। ਵੀ ਇਹ ਸਾਡਾ ਬਹਾਨਾ ਬਣਨਾ ਸੀ ਤੀਰ। ਕ੍ਰਿਸ਼ਨ ਜੀ ਕਹਿੰਦੇ, ਮੈਂ ਇੱਕ ਮਾੜਾ ਜਿਹਾ ਤੀਰ ਦਾ ਤੁਹਾਨੂੰ ਤਾਂ ਸੁਣਾਇਆ ਵੀ ਕਿਵੇਂ ਸੰਸਕਾਰ ਨੇ, ਕਿੱਥੋਂ ਚੀਜ਼ ਤੁਰਦੀ ਤੁਰਦੀ ਆਉਂਦੀ। ਆਖੋ ਸਤਿਨਾਮ। ਤੇ ਕ੍ਰਿਸ਼ਨ ਜੀ ਨੇ ਵੀ ਉਸ ਵੇਲੇ ਉਹ ਕਿਹਾ ਸੀ ਸਾਡੀ ਦਰਗਾਹ ਜਾਣ ਦਾ ਬਹਾਨਾ ਹੀ ਇਹ ਤੀਰ ਬਣਨਾ ਸੀ। ਇਹ ਭਾਈ ਗੁਰਦਾਸ ਜੀ ਦੀ ਵਾਰ ਹੈ, ਕਹਿ ਦਿਓ ਗੱਜ ਕੇ ਸਤਿਨਾਮ। ਹੁਣ ਜਿੱਥੇ ਆਉਣਾ ਚਾਹੁੰਦੇ ਆ ਜੀ ਮਾਫੀ ਦੇਣੀ। ਫਿਰ ਗੁਰੂ ਗੋਬਿੰਦ ਸਿੰਘ ਹੱਸੀ ਜਾਣ, ਕਹਿੰਦੇ ਆਹ ਖੰਜਰ ਦਾ ਵਾਰ ਸਾਡੀ ਦਰਗਾਹ ਜਾਣ ਦਾ ਬਹਾਨਾ। ਤੇ ਹੁਣ ਮਾੜਾ ਜਿਹਾ ਸੀਨ ਸੁਣ ਲਓ ਜਿੱਥੇ ਆਉਣਾ ਚਾਹੁੰਦੇ ਆ, ਕਿਉਂ ਕੱਲ ਇਹ ਦਿਨ ਲੰਘਿਆ ਗੁਰਤਾ ਗੱਦੀ ਦਿਵਸ। ਇੱਕ ਵਾਰੀ ਬੋਲ ਲਓ ਪਹਿਲੇ। ਪਰਮੇਸ਼ਰ ਕਾ ਧਾਨ ਪੋਥੀ, ਪਰਮੇਸ਼ਰ ਕਾ ਸੰਗਤ ਬੋਲੇ ਅਲੱਗ-ਅਲੱਗ ਰਾਈਟਰਾਂ ਨੇ ਅਲੱਗ-ਅਲੱਗ ਲਿਖਿਆ। ਦਾਸ ਸਿਰਫ ਮਕਾਲਫ ਦਾ ਲੈ ਰਿਹਾ, ਤੁਹਾਨੂੰ ਆਨੰਦ ਆਏਗਾ। ਹੁਣ 1 ਮਿੰਟ ਫਿਰ ਆਪਾਂ 9ਵੇਂ ਮਹੱਲੇ ਦੇ ਅਰਥ ਕਰਕੇ 7:35 ਦੇ ਲਾਗੇ ਜਾ ਕੇ ਸਮਾਪਤੀ ਕਰਨੀ। ਕਿਤਾਬ ਦਾ ਨਾਮ ਹੈ ਸਿੱਖ ਰਿਲੀਜਨ। ਮਿਸਟਰ M.A. ਮਕੈਲਫ ਬਹੁਤ ਚੋਟੀ ਦਾ ਹੋਇਆ ਵਿਦਵਾਨ। ਇਹਨਾਂ ਨੇ ਫਿਰ ਆਪਣੀ ਲਿਖਤ ਲਿਖਿਆ, ਦਰਸ਼ਨ ਕਰੋ, 10ਵੇਂ ਪਾਤਸ਼ਾਹ ਨੇ ਇਸ਼ਨਾਨ ਕੀਤਾ। ਆਖੋ ਸਤਿਨਾਮ। ਕੱਲ ਦਾ ਦਿਨ ਜਿਹੜਾ ਕੱਲ ਲੰਘਿਆ, ਦਰਸ਼ਨ ਕਰੋ ਜੀ। ਮਕਾਲਫ ਲਿਖਦਾ ਇਸ਼ਨਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਸਤਰ ਬਦਲੇ, ਸੋਚੇ ਬਸਤਰ ਪਾਏ। ਮਕਾਲਫ ਲਿਖਦਾ ਬਸਤਰ ਪਾਉਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਗਤ ਸਮੇਤ ਜਪਜੀ ਸਾਹਿਬ ਦਾ ਪਾਠ ਕੀਤਾ। ਆਖੋ ਸਤਿਨਾਮ। ਪਾਠ ਕੀਤਾ। ਉਸ ਤੋਂ ਬਾਅਦ ਅਰਦਾਸ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਤੋਂ ਬਾਅਦ ਕਮਰ ਕੱਸਾ ਬੰਨਿਆ। ਇਹ ਮਕਾਲਫ ਲਿਖਦਾ। ਇਹ ਆਨੰਦ ਆਏਗਾ ਤੁਹਾਨੂੰ। ਸਾਹਮਣੇ ਫਿਲਮ ਚੱਲਦੀ ਨਾ ਪਿਆਰਿਆਂ ਦੇ। ਤੇ ਕਮਰ ਕੱਸਾ ਕਰਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰ ਸਜਾਏ। ਆਖੋ ਸਤਿਨਾਮ। ਸ਼ਸਤਰ ਸਜਾਉਣ ਤੋਂ ਬਾਅਦ ਮਹਾਰਾਜ ਕਹਿੰਦੇ ਚੰਦੋਆ ਬੰਨੋ, ਵਿਛਾਈ ਕਰੋ, ਪੀੜਾ ਲਿਆਓ, ਗੱਦੀ ਵਿਛਾਓ, ਰੁਮਾਲੇ। ਇਹ ਸਭ ਕੁਝ ਕਰਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜੇ ਤੱਕ ਗ੍ਰੰਥ ਸਾਹਿਬ ਆਦਿ ਗ੍ਰੰਥ ਪ੍ਰਕਾਸ਼ ਕੀਤਾ। ਪ੍ਰਕਾਸ਼ ਕਰਨ ਤੋਂ ਬਾਅਦ ਆ ਵਰਲਡ ਵਿੱਚ ਦੁਨੀਆ ਦੇ ਮਿਸਾਲ ਨਹੀਂ ਜੋ ਹੁਣ ਕੀਤਾ। 5 ਪੈਸੇ ਨਾਰੀਅਲ ਰੱਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜੇ ਗ੍ਰੰਥ ਸਾਹਿਬ ਉਹਨਾਂ ਦੀਆਂ ਪਰਿਕਰਮਾ ਕੀਤੀਆਂ। ਆਖੋ ਸਤਿਨਾਮ। ਪਰਿਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਅਰਦਾਸ ਕਰਕੇ ਕੀ ਆਖਿਆ? ਕੀ ਆਖਿਆ? ਆਗਿਆ ਭਈ ਅਕਾਲ ਕੀ, ਆਗਿਆ ਭਈ ਅਕਾਲ ਕੀ, ਵੇ ਚਲਾਇਓ ਪੰਥ, ਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਸਭ ਸਿੱਖਣ ਕੋ ਹੁਕਮ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਸੰਗਤ ਨੂੰ ਕਹਿੰਦੇ ਮਕਾਲਫ ਨੇ ਲਿਖਿਆ ਆਪਣੇ ਉੱਤਰਾਧਿਕਾਰੀ ਨੂੰ ਮੱਥਾ ਟੇਕਿਆ। ਕੱਲ ਸੁਣਿਆ ਵੀ ਅੱਜ ਤੋਂ ਬਾਅਦ ਸਾਡੇ ਉੱਤਰਾਧਿਕਾਰੀ ਗੁਰੂ ਗ੍ਰੰਥ ਸਾਹਿਬ ਨੇ ਤੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਸਾਰੀ ਸੰਗਤ ਨੂੰ ਬੁਲਾਇਆ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਤੇ ਭਰੀ ਸੰਗਤ ਨੂੰ ਕਿਹਾ ਅੱਜ ਤੋਂ ਬਾਅਦ ਜਿਹੜਾ ਵੀ ਮੇਰੇ ਦਰਸ਼ਨ ਕਰਨਾ ਚਾਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ। ਇਹ ਮੇਰੇ ਦਰਸ਼ਨ ਜੋਤ ਟਿਕਾਈ। ਅੱਜ ਤੋਂ ਬਾਅਦ ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਖੋ ਸਤਿਨਾਮ। ਗੁਰੂ ਗ੍ਰੰਥ ਸਾਹਿਬ ਇਹ ਗੁਰੂ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਨੇ, ਹੋਰ ਕਿਸੇ ਨਾਲ ਨਹੀਂ। ਫਿਰ ਮਹਾਰਾਜ ਕਹਿੰਦੇ ਇਹ ਪ੍ਰਤੱਖ ਗੁਰੂ ਨੇ। ਮਕਾਲਫ ਲਿਖਦਾ ਅੱਗੋਂ ਕਹਿੰਦੇ ਹਾਜ਼ਰ ਨਾਜ਼ਰ ਗੁਰੂ ਨੇ। ਜਿਹੜਾ ਮੈਨੂੰ ਮਿਲਣਾ ਚਾਵੇ ਇਸ ਬਾਣੀ ਦੀ ਖੋਜ ਕਰੇ ਮੈਨੂੰ ਮਿਲੇਗਾ। ਕਹਿ ਦਿਓ ਗੱਜ ਕੇ ਸਤਿਨਾਮ। ਮੈਨੂੰ ਮਿਲੇਗਾ। ਇਹ ਕੱਲ ਦਿਨ ਲੰਘਿਆ ਸਾਰੇ ਹੀ ਸਤਿਕਾਰਯੋਗ ਗ੍ਰੰਥ ਪਰ ਗੁਰੂ ਪਦਵੀ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਖੋ ਸਤਿਨਾਮ। ਇਹ ਗੁਰੂ ਦੀ ਪਦਵੀ ਸਦਾ ਸਦਾ ਲਈ ਜੋਤ ਟਿਕਾਤੀ। ਭਾਈ ਨੰਦ ਲਾਲ ਜੀ ਨੇ ਲਿਖਿਆ ਜੋ ਮੁਝ ਬਚਨ ਸੁਣਨ ਕੀ ਚਾਹੇ। ਜਿਹਦਾ ਦਿਲ ਕਰੇ ਵੀ ਮੇਰੇ ਬਚਨ ਸੁਣਨੇ ਆ ਗੁਰੂ ਗੋਬਿੰਦ ਸਿੰਘ ਜੀ। ਜੋ ਮੁਝ ਬਚਨ ਸੁਣਨ ਕੀ ਚਾਹੇ ਗ੍ਰੰਥ ਜੀ ਪੜੇ ਸੁਣੇ ਚਿਤ ਲਾਏ। ਮੇਰਾ ਰੂਪ ਗ੍ਰੰਥ ਜੀ ਜਾਨ ਇਸ ਮੈਂ ਭੇਦ ਨਹੀਂ ਕਛ ਮਾਨ। परमेश्वर का थान पोथी परमेश्वर का परमेश्वर का थान पोथी परमेश्वर का थान। धन श्री गुरु ग्रंथ साहिब जी धन श्री गुरु ग्रंथ साहिब जी ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ। संगत बोले हा हा हा। धन श्री गुरु ग्रंथ साहिब जी धन श्री गुरु ग्रंथ साहिब जी। परमेश्वर का धान पोथी परमेश्वर का परमेश्वर का धान पोथी परमेश्वर का परमेश्वर का परमेश्वर का परमेश्वर का परमेश्वर का बोले सोने दा गुरु गोबिंद सिंह वर्गा ना कोई होया ना कोई होना। गज के आखो सतनाम। ये कल दा दिन लंघिया जी जिस दिन गुरु ग्रंथ साहिब महाराज जी नू गुरता गद्दी गुरु गोबिंद सिंह महाराज ने बख्शी। आखो सतनाम। बाबा ईश्वर सिंह जी कलेरां वाले हर कथा तो बाद कहते सी गुरुआं दे गुरु गुरु ग्रंथ साहिब जी। राष्ट्रपति हिंदुस्तान दे राष्ट्रपति भवन विच बाबा जी ने कथा की। बाबा ईश्वर सिंह जी
ਉੱਥੇ ਵੀ ਕਿਹਾ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ। ਉਹਨੇ ਖੀਰ ਤੇ ਪੁੱਛ ਲਿਆ ਸਮਾਪਤੀ ਤੇ ਪ੍ਰਸ਼ਾਦਾ ਛਕਦਿਆਂ ਵੀ ਇਹ ਕਿਉਂ ਕਿਹਾ ਗੁਰੂਆਂ ਦੇ ਗੁਰੂ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ, ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਗੁਰਤਾ ਗੱਦੀ ਦਿੱਤੀ, ਆਪ ਪਰਿਕਰਮਾ ਕੀਤੀਆਂ, ਆਪ ਨਮਸਕਾਰ ਕੀਤੀ। ਇਸ ਕਰਕੇ ਰਾਸ਼ਟਰਪਤੀ ਜੀ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂਆਂ ਦੇ ਗੁਰੂ ਨੇ। ਆਖੋ ਸਤਿਨਾਮ। ਇੰਨਾ ਮਹਾਂਪੁਰਸ਼ ਸਤਿਕਾਰ ਦਿੰਦੇ ਸੀ। ਆਪਾਂ ਤੇ ਨੋਟਾਂ ਨਾਟਾਂ 'ਚ ਹੀ ਫਸੇ ਆ, ਨੋਟਾਂ ਨਾਟਾਂ 'ਚ। ਪਰ ਉਹਨਾਂ ਤੋਂ ਕੁਰਬਾਨ ਜਾਈਏ ਜਿਹੜੇ ਨੋਟਾਂ ਤੋਂ ਉੱਤੇ ਉੱਠਦੇ ਆ। ਬਾਬਾ ਈਸ਼ਰ ਸਿੰਘ ਜੀ ਦੇਹਰਾਦੂਨ ਗਏ, ਜਿੱਥੇ ਦੀਵਾਨ ਸੀ ਚੱਲ ਰਹੇ ਸੀ, ਤੇ ਇੱਕ ਹੋਰ ਗੁਰਦੁਆਰੇ ਵਾਲੇ ਆ ਗਏ ਜੀ, ਬਾਬਾ ਜੀ ਇੱਕ ਦਿਨ ਸਾਡੇ ਗੁਰਦੁਆਰੇ ਵੀ ਦੀਵਾਨ ਲਾਓ। ਬਾਬਾ ਜੀ ਕਹਿੰਦੇ ਜ਼ਰੂਰ ਲਾਵਾਂਗੇ, ਸਾਡੀ ਭੇਟਾ। ਕਹਿੰਦੇ ਜੀ ਜਿੰਨੀ ਭੇਟਾ ਕਹੋਗੇ ਦੇ ਦਿਆਂਗੇ। ਬਾਬਾ ਜੀ ਕਹਿੰਦੇ ਸਾਨੂੰ ਪਤਾ ਲੱਗਾ ਤੁਹਾਡੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲਮਾਰੀ 'ਚ ਬਿਰਾਜਮਾਨ ਕਰਦੇ ਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਸੁੰਦਰ ਪਲੰਗ ਬਣਾ ਦਿਓ, ਸਾਡੀ ਭੇਟਾ ਇਹ ਹੈ। ਆਖੋ ਸਤਿਨਾਮ। ਸਾਡੀ ਭੇਟਾ ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਸੁੰਦਰ ਪਲੰਗ। ਕੁਰਬਾਨ ਜਾਈਏ। ਇਹ ਤੇ ਪਹਿਲੇ ਰਿਵਾਜ ਸੀ। ਇਹ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ, ਇਹਨਾਂ ਮਹਾਂਪੁਰਸ਼ਾਂ ਦੇ ਦੇਣੀਏ ਨਹੀਂ ਦਿੱਤੇ ਜਾ ਸਕਦੇ, ਜਿਨ੍ਹਾਂ ਨੇ ਹਜੂਰ ਸਾਹਿਬ ਤੋਂ ਦਾਤਾਂ ਲੈ ਕੇ ਕੱਲੇ ਕੱਲੇ ਘਰ ਵਿੱਚ ਇਸ ਚੀਜ਼ ਦਾ ਹੋਕਾ ਦਿੱਤਾ, ਭਾਈ ਇਹ ਪੋਥੀ ਪਰਮੇਸ਼ਰ ਦਾ ਥਾਨ ਹੈ। ਆਖੋ ਸਤਿਨਾਮ। ਨਹੀਂ ਤੇ ਮੈਂ ਆਪਣੀ ਹੋਸ਼ ਵਿੱਚ ਹੈ, ਮੇਰਾ ਖਿਆਲ ਉਦੋਂ ਮੇਰੀ ਉਮਰ 20, 25, 24 ਸਾਲ ਸੀ। ਆ ਜਿਹੜੀ ਪਾਲਕੀ ਹੈ ਨਾ, ਵੇਖੋ ਪਾਲਕੀ ਮੰਨ ਲਓ, ਪਾਲਕੀ ਉੱਤੇ ਜਾ ਕੇ ਇੰਜ ਥੋੜੀ ਗੁਰਦੁਆਰੇ ਵਾਂਗ ਹੁੰਦੀ ਨਾ, ਉਹਦਾ ਢੱਕਣ ਖੋਲ ਕੇ ਨਾ ਪਾਲਕੀ ਦਾ ਥੱਲੇ ਸੁਖਾਸਨ ਕਰਨਾ, ਆਮ ਗੁਰਦੁਆਰਿਆਂ 'ਚ ਹੁੰਦਾ ਸੀ। ਉਹ ਢੱਕਣ ਖੋਲ ਕੇ ਉਹਦੇ ਵਿੱਚ ਹੀ ਸਰੂਪ ਰੱਖ ਕੇ ਤੇ ਉੱਤੋਂ ਢੱਕਣ ਬੰਦ ਕਰ ਦੇਣਾ। ਐਡੀ ਬੇਦਬੀ ਸੀ। ਆਖੋ ਸਤਿਨਾਮ। ਕਈ ਅਲਮਾਰੀਆਂ 'ਚ ਤੇ ਕਈ ਪਾਲਕੀ ਦੇ ਉੱਤੇ ਹੀ ਸਿਸਟਮ ਬਣਾਇਆ ਸੀ ਵੀ ਪਾਲਕੀ ਦਾ ਹਿੱਸਾ ਉੱਤੇ ਚੁੱਕਿਆ, ਉਹ ਜਿਹੜੀ ਉੱਤੇ ਬੁਰਜ ਟੈਪ ਹੁੰਦੀ ਹੈ ਉਹਦੇ ਵਿੱਚ ਹੀ ਸਤਿਗੁਰ ਰੱਖੇ, ਤੇ ਹਿੱਸਾ ਗੁੰਮਤ ਟੈਪ ਹੁੰਦੀ ਹੈ ਜੀ। ਇੱਥੋਂ ਤੱਕ ਨਰਾਦਰੀ ਸੀ। ਭੁੱਲੇ ਪਏ ਸੀ ਵੀ ਗੁਰੂ ਅਰਜਨ ਦੇਵ ਜੀ ਅਕਾਲ ਤਖਤ ਸਾਹਿਬ ਜਦੋਂ ਬਿਰਾਜਮਾਨ ਕੀਤਾ, ਸਤਿਗੁਰਾਂ ਨੂੰ ਪਲੰਗ ਤੇ ਬਿਰਾਜਮਾਨ ਕੀਤਾ, ਆਪ ਭੁੰਜੇ ਲੇਟੇ। ਅੱਜ ਵੀ ਚਿੱਟੀ ਚਾਦਰ ਵਿਛਦੀ ਅਕਾਲ ਤਖਤ ਸਾਹਿਬ, ਜਾ ਕੇ ਵੇਖਿਓ। ਆਖੋ ਸਤਿਨਾਮ। ਅੱਜ ਵੀ ਚਿੱਟੀ ਚਾਦਰ ਵਿਛਦੀ। ਤੇ ਹੁਣ ਇੱਥੇ ਟਾਈਮ ਨਾ ਲੱਗ ਜੇ, 15 ਮਿੰਟ ਸਹਿਯੋਗ ਦੇਣਾ ਜੀ। ਸਾਰੇ ਕਿਰਪਾ ਕਰਿਓ। ਇਹ ਬਿੱਲਾ ਵੀਰ ਜੀ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਪਰਿਵਾਰ, ਜਸਵਿੰਦਰ ਕੌਰ ਤੇ ਸਾਰੀ ਫੁਲਵਾੜੀ, ਆਰੀਆ ਹੋਮ ਬਿੱਲਾ ਵੀਰ ਜੀ ਦੀ ਬੇਟੀ ਦਾ ਪਰਿਵਾਰ, ਉਹਨਾਂ ਵੱਲੋਂ ਰੁਮਾਲਾ ਸਾਹਿਬ ਦੇ ਪੂਰੇ ਸੈੱਟ ਦੀ ਵੀ ਸੇਵਾ ਹੋਈ ਹੈ। ਹੋਰ ਵੀ ਸਾਰੀ ਫੁਲਵਾੜੀ, ਇਹਨਾਂ ਦੇ ਦੋਵੇਂ ਬੇਟੀਆਂ, ਦੋਨੇ ਜਵਾਈ ਬੇਟੇ, ਹੋਰ ਸਾਰੇ ਭੈਣ ਭਰਾ ਵੀਰ ਆਏ ਨੇ। ਆਓ ਜੀ, ਨਾਲੇ 9ਵੇਂ ਮਹੱਲੇ ਦੇ ਸ਼ਲੋਕ ਦੇ ਅਰਥ ਹੋ ਜਾਣਗੇ। ਅੱਜ 23ਵਾਂ ਭਾਗ ਹੈ ਤੇ 47ਵੇਂ ਸ਼ਲੋਕ ਦੇ ਅਰਥ ਨੇ, ਨਾਲੇ ਇਹ ਹਾਜ਼ਰੀ ਲੱਗ ਜੇਗੀ। ਸਾਰੇ ਕਿਰਪਾ ਕਰਿਓ ਜੀ। ਹਰ ਐਤਵਾਰ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਲੜੀਵਾਰ ਕਥਾ ਹੁੰਦੀ ਹੈ। ਅੱਜ ਪਹਿਲੇ ਤੇ ਟਾਈਮ ਜ਼ਿਆਦਾ ਲੱਗ ਗਿਆ, ਬਸ ਨਹੀਂ ਰਹਿੰਦਾ। ਹਾਲਾਂ ਧਾਰਨਾ ਮੈਂ ਬੋਲੀ ਨਹੀਂ, ਤੇ ਅੱਜ ਮੈਂ ਧਾਰਨਾ ਸੋਚੀ ਸੀ, ਗੁਰਾਂ ਬਾਣੀ ਦਾ ਜਹਾਜ਼ ਬਣਾਇਆ, ਆਜੋ ਜਿੰਨੇ ਪਾਰ ਲੰਘਣਾ। ਆਖੋ ਸਤਿਨਾਮ। ਉਹ ਕੱਲ ਦੇ ਦਿਨ ਨਾਲ ਰਲਦੀ ਸੀ ਨਾ ਵੀ ਆ ਜਿਹੜਾ ਜਹਾਜ਼ ਬਣਾਤਾ ਵੀ ਆਜੋ ਜਿਹਨੇ ਪਾਰ ਲੰਘਣਾ ਆਜੋ। ਉਹ ਵੀ ਟਾਈਮ ਇੱਧਰ ਹੀ ਲੱਗ ਗਿਆ। ਆਓ ਸਾਰੀ ਸੰਗਤ, ਇਹ ਜਿਹੜੇ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਲੜੀਵਾਰ ਅਰਥ ਨੇ, ਇਹਦਾ ਸ਼ਬਦ ਦਾ ਆਧਾਰ ਬਣਾਇਆ ਐਸੇ ਗੁਰ ਕੋ ਬਲ ਬਲ ਜਾਈਏ। ਪਹਿਲੇ ਆ ਸ਼ਬਦ ਪੜ੍ਹ ਲਓ ਜੀ, ਫਿਰ ਸਾਰੀ ਸੰਗਤ ਕਿਸੇ ਉੱਠਣਾ ਨਹੀਂ, ਪਿਆਰ ਵਿੱਚ ਬੇਨਤੀ ਹੈ। ਇਹ ਸਮੇਂ ਕਦੀ ਕਦੀ ਬਣਦੇ ਨੇ, ਸਾਰੇ ਕਿਰਪਾ ਕਰਿਓ ਜੀ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਬੋਲੋ ਜੀ।
ਮੁਕਤ ਮੋਹਿ ਤਾਰੇ, ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਸੰਗਤ ਬੋਲੇ नारायण नरपत नमस्कारे, ऐसे गुर को बल बल जाइए, मुकत मोहि तारे। कवन कवन गुण कहिए, अंत नहीं कछ पारे। लाख 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 कई कोरे, तो है सो बेचारे। संतन रस आई है, यूं जागूंगा मुस्करे, जागूंगा मुस्करे। ऐसे गुर को बल बल जाइए, ऐसे गुर को बल बल जाइए। आप मुकत मोहि तारे, मुकत मोहि तारे। मुकत मोहि तारे, मुकत मोहि तारे। ऐसे गुर को बल बल जाइए, ऐसे गुर को बल बल जाइए। संगत बोले ਅੱਜ 23ਵਾਂ ਭਾਗ 47ਵਾਂ ਸ਼ਲੋਕ 9ਵੇਂ ਮਹੱਲੇ ਜੀ ਦੇ 47ਵੇਂ ਸ਼ਲੋਕ। ਇਹ ਹਰ ਐਤਵਾਰ ਦੇ ਦੀਵਾਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਦਿਵਸ ਨੂੰ ਸਮਰਪਿਤ ਚੱਲ ਰਹੇ ਨੇ। ਕਾਫੀ ਮਹੀਨਿਆਂ ਤੋਂ ਇਹ ਲੜੀਵਾਰ 9ਵੇਂ ਮਹੱਲੇ ਜੀ ਦੇ ਸ਼ਲੋਕਾਂ ਦੇ ਅਰਥ ਮਹਾਰਾਜ ਸੇਵਾ ਲੈ ਰਹੇ। ਬਾਕੀ ਤੁਹਾਨੂੰ ਸਮਾਂ ਲੱਗੇ, ਸਵੇਰੇ 7:30 ਵਜੇ DD1 ਲਾ ਲਿਆ ਕਰੋ, ਉੱਥੇ ਵੀ ਇਹ 9ਵੇਂ ਮਹੱਲੇ ਦੇ ਸ਼ਲੋਕ ਹੀ ਚੱਲਦੇ ਪਏ ਲੜੀਵਾਰ। 2 ਮਿੰਟ ਘੱਟ 8 ਤੱਕ 28 ਮਿੰਟ 27 ਮਿੰਟ ਦਾ ਪ੍ਰੋਗਰਾਮ ਹੁੰਦਾ। DD1 ਮੇਰਾ ਗੌਰਮੈਂਟ ਦਾ ਚੈਨਲ ਹੈ। ਇਹੀ ਪ੍ਰਕਰਨ ਫਿਰ ਉੱਥੇ ਵੀ ਆ ਰਿਹਾ ਨਾਲ ਲੜੀਵਾਰ।
ਜਿਵੇਂ ਆਪਾਂ ਪਹਿਲਾ ਕੀਰਤਨ ਕੀਤਾ ਨਾ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਸ਼ਬਦ ਬੋਲਿਆ ਪੋਥੀ ਪਰਮੇਸ਼ਰ, ਉਹ ਸਾਰਾ ਨਹੀਂ ਆਣਾ, ਇਹੀ ਆਈ ਜਾਣਾ ਐਸੇ ਗੁਰੂ ਤੇ ਸਾਰਾ ਲੜੀਵਾਰ 27-28 ਮਿੰਟ 'ਚ ਉਹਨਾਂ ਕੀ ਕੋਟਾ ਦਿੱਤਾ ਜਾਂਦਾ। ਇਹ ਲੁਧਿਆਣੇ ਵੱਖਰੀ ਟੀਮ ਹੈ ਜਿਹੜੀ ਮਸ਼ੀਨਰੀ ਲੱਗੀ ਹੈ, ਜਿਹੜੀ ਐਡੀਟਿੰਗ ਕਰਦੀ ਹੈ, ਸਾਰੀ ਚੈਨਲਾਂ ਨੂੰ ਦਿੰਦੀ ਹੈ, ਉਹ ਵੱਖਰੀ ਟੀਮ। ਆਹ ਸਾਰੇ ਵੱਖਰੇ ਪਿਆਰ ਕਰਨ ਵਾਲੇ ਰੂਹਾਂ ਬੈਠੀਆਂ ਇੱਥੇ ਜਿਹੜੇ ਲਾਈਵ ਦੇ ਰਹੇ ਅੱਜ ਦੇ ਪ੍ਰੋਗਰਾਮ। ਤੇ ਅੱਜ 23ਵਾਂ ਭਾਗ ਤੇ 47ਵਾਂ ਸ਼ਲੋਕ ਹੈ ਜੀ, ਬੜੇ ਧਿਆਨ ਨਾਲ ਸੁਣਿਓ। ਗੁਰੂ ਤੇਗ ਬਹਾਦਰ ਜੀ ਕਹਿੰਦੇ ਆ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਕਉ ਨਾਨਕ ਏ ਬਿਦ ਭਈ ਤਉ ਨ ਹਰ ਰਸ ਲੀਨ, ਕਉ ਨਾਨਕ ਏ ਬਿਦ ਭਈ ਤਉ ਨ ਹਰ ਰਸ ਲੀਨ, ਕਉ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ, ਉਹ ਭਾਈ ਹੁਣ ਤੇ ਸਮਝ ਆ, ਸਿਰ ਕੰਪਿਓ, ਸਿਰ ਵੀ ਕੰਬਦਾ, ਪੱਗ ਡਗਮਗੇ, ਪੱਗ ਕਹਿੰਦੇ ਪੈਰਾਂ ਨੂੰ, ਸਰੀਰ ਇੰਨਾ ਨਿਰਵਲ ਹੋ ਗਿਆ ਉਮਰ ਹੋਣ ਕਰਕੇ, ਪੈਰ ਵੀ ਤੁਰਦਾ ਤੇ ਡਗਮਗਾਉਂਦੇ। ਸੋਟੀ ਦਾ ਸਹਾਰਾ, ਕਿਸੇ ਹੋਰ ਚੀਜ਼ ਦਾ ਸਹਾਰਾ, ਬੰਦੇ ਦਾ ਸਹਾਰਾ। ਅੱਜ ਕਿਰਪਾ ਤੁਹਾਡੇ ਤੇ, ਕਈ ਵਾਰੀ ਇਹੋ ਜਿਹਾ ਦਿਨ ਵੀ ਆ ਜਾਂਦਾ, ਮੈਨੂੰ ਬਾਂਹ ਫੜੀ ਉਠਾਈ ਯਾਰ, ਆਖੋ ਸਤਿਨਾਮ, ਮੈਨੂੰ ਉਠਾਇਓ, ਇੰਨਾ ਬਲ ਖਤਮ ਹੋ ਗਿਆ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਸਿਰ ਕੰਪਿਓ ਪਗ ਡਗਮਗੇ, ਪੈਰ ਡਗਮਗਾਉਣ ਲੱਗ ਪਏ, ਸਿਰ ਕੰਬਦਾ, ਨੈਣ ਜੋਤ ਤੇ ਹੀ, ਨੈਣਾ ਵਿੱਚੋਂ ਜੋਤ ਘਟ ਗਈ ਹੈ, ਘਟ ਗਈ ਹੈ। ਕਉ ਨਾਨਕ ਏ ਬਿਦ ਭਈ ਤਉ ਨ ਹਰ ਰਸ ਲੀਨ, ਕਉ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ। ਬਚਪਨ ਬੀਤ ਗਿਆ ਖੇਲਾਂ ਵਿੱਚ, ਜਵਾਨੀ ਬੀਤ ਗਈ ਮੌਜ ਮਸਤੀ ਵਿੱਚ, ਸਰੀਰ ਹੁਣ ਜਵਾਬ ਦੇ ਗਿਆ, ਸਰੀਰ ਦਾ ਤਾਣਾ ਪਹਿਲੇ ਵਰਗਾ ਨਹੀਂ ਰਿਹਾ, ਸਰੀਰ ਦੇ ਅੰਗ ਸਾਥ ਨਹੀਂ ਦਿੰਦੇ। ਕਿਵੇਂ ਹਰੀ ਰਸ ਤੱਕ ਪਹੁੰਚੇਗਾ, ਆਖੋ ਸਤਿਨਾਮ। ਤੂੰ ਤੇ ਜਨਮ ਪਾਇਆ ਸੀ ਹਰੀ ਰਸ ਤੱਕ ਪਹੁੰਚਣ ਲਈ, ਮੈਨੂੰ ਗੱਲ ਬੜੀ ਵੱਜੀ ਜੇ ਤੁਸੀਂ ਸੁਣਿਓ ਧਿਆਨ ਨਾਲ। ਉਮਰਾਂ ਬੀਤਦੀ ਗਈ, ਅੱਖਾਂ ਥੱਕ ਗਈਆਂ, ਵੇਖ ਅੱਖਾਂ ਥੱਕ ਗਈਆਂ, ਇੰਨੀਆਂ ਕੁ ਥੱਕ ਗਈਆਂ, ਪਾਠ ਕਰਨਾ ਵੀ ਔਖਾ ਹੋ ਗਿਆ, ਘੱਟ ਦਿਖਾਈ ਦਿੰਦਾ, ਆਖੋ ਸਤਿਨਾਮ। ਅੱਖਾਂ ਥੱਕ ਗਈਆਂ, ਕੰਨ ਵੀ ਥੱਕ ਗਏ, ਸੁਣਾਈ ਵੀ ਉੱਚੀ ਦਿੰਦਾ, ਦਿਨ ਰਾਤ ਹਫ਼ਤੇ ਮਹੀਨੇ ਸਾਲ ਬੀਤਦਿਆਂ ਕੰਨ ਥੱਕ ਗਏ, ਅੱਖਾਂ ਥੱਕ ਗਈਆਂ, ਜਵਾਨ ਵੀ ਥੱਕ ਗਈ,
ਗੱਲ ਬੜੇ ਧਿਆਨ ਨਾਲ ਸੁਣੋ। ਸਹੀ ਬੋਲਿਆ ਨਹੀਂ ਜਾਂਦਾ, ਜ਼ੁਬਾਨ ਵੀ ਥੱਕ ਗਈ, ਲੱਤਾਂ ਵੀ ਥੱਕ ਗਈਆਂ, ਸਹੀ ਤਰ੍ਹਾਂ ਚੱਲਿਆ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ, ਲੱਤਾਂ ਵੀ ਥੱਕ ਗਈਆਂ, ਗਲਾ ਵੀ ਥੱਕ ਗਿਆ, ਉਹ ਆਵਾਜ਼ ਨਹੀਂ ਰਹੀ, ਉਹ ਜੋਬਨ ਨਹੀਂ ਰਿਹਾ, ਗਲਾ ਵੀ ਥੱਕ ਗਿਆ। ਮੈਨੂੰ ਇੱਥੇ ਵੱਜੀ ਜੇ ਗੱਲ। ਉਹ ਕਹਿੰਦੇ ਹੱਦ ਹੋ ਗਈ ਬੰਦਿਆ, ਓਏ ਅੱਖਾਂ ਥੱਕ ਗਈਆਂ, ਕੰਨ ਥੱਕ ਗਏ, ਗਲਾ ਥੱਕ ਗਿਆ, ਨੈਣ ਥੱਕ ਗਏ। ਓਏ ਤੂੰ ਕੈਸਾ ਬੰਦਾ ਹੈ, ਇਹ ਸਾਰਾ ਕੁਝ ਥੱਕ ਗਿਆ, ਜਿਹੜੀ ਅੰਦਰ ਮਾਇਆ ਦੀ ਪਕੜ ਹੈ ਨਾ, ਉਹ ਤੇ ਘਟੀ ਨਹੀਂ, ਉਹ ਥਕੀ ਨਹੀਂ ਵਿਚਾਰੀ। ਆਖੋ ਸਤਿਨਾਮ। ਉਹ ਉੱਥੇ ਦੀ ਉੱਥੇ ਹੀ ਹੈ। ਇਹ ਦਾਸ ਨਹੀਂ ਕਹਿ ਰਿਹਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ, ਕਬੀਰ ਜੀ ਦਾ ਸ਼ਬਦ। ਥਾਕੇ ਨੈਣ ਸਰਵਣ ਸੁਣ ਥਾਕੇ, ਨੈਣ ਵੀ ਥਾਕੇ, ਸਰਵਣ ਵੀ। ਥਾਕੇ ਨੈਣ ਸਰਵਣ ਸੁਣ ਥਾਕੇ, ਸੋਈ ਕਬੀਰ ਜੀ ਉਹ ਲਲਤ। ਅੰਗ 793। ਮੈਨੂੰ ਬੜੀ ਵਜੀ ਜੇ ਗੱਲ ਸੁਣਿਓ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਨੈਣ ਨਿਰਵਲ ਹੋ ਗਏ, ਕੰਨ ਨਿਰਵਲ ਹੋ ਗਏ, ਗਲਾ ਨਿਰਵਲ ਹੋ ਗਿਆ, ਪੈਰ ਨਿਰਮਲ ਹੋ ਗਏ, ਕਾਇਆ ਨਿਰਮਲ ਹੋ ਗਈ। ਉਹ ਕਮਾਲ ਹੈ, ਪਕੜ ਨਹੀਂ ਨਿਰਮਲ ਹੋਈ। ਆਖੋ ਸਤਿਨਾਮ। ਪਕੜ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਸਭ ਮਤ ਥਾਕੀ। ਜਰਾ ਇਹੋ ਜਿਹਾ ਵਡੇਪਾ ਆਇਆ, ਸਾਰੀ ਮੱਤ ਵੀ ਥੱਕ ਗਈ, ਮੱਤ ਵੀ ਨਹੀਂ ਰਹੀ। ਉਹ ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ, ਏਕ ਨਾ ਥਾਕਸ ਮਾਇਆ। ਬਾਕੀ ਸਾਰਾ ਕੁਝ ਨਿਰਮਲ ਹੋ ਗਿਆ। ਕਹਿੰਦੇ ਜਿਹੜੀ ਉਹ ਤ੍ਰਿਸ਼ਨਾ ਹੈ ਉਹ ਨਿਰਬਲ ਹੋਈ ਨਹੀਂ, ਜਿਹਨੂੰ ਕਰਨਾ ਸੀ। ਪਕੜ ਨਿਰਬਲ ਹੋਈ ਨਹੀਂ। ਵਾਵਾ ਨਿਰਬਲ, ਨਿਰਬਲ ਸਮਝਦੇ ਹੋ ਕਮਜ਼ੋਰ, ਬਾਕੀ ਸਭ ਕੁਝ ਕਮਜ਼ੋਰ ਹੋ ਗਿਆ। ਅੱਜ ਜਿਹਨੇ ਜਿਹੜੀ ਚੀਜ਼ ਨੂੰ ਕਮਜ਼ੋਰ ਪਾਉਣਾ ਸੀ ਉਹ ਪਈ ਨਹੀਂ। ਵਾਵਾ ਨਿਰਬਲ ਹੋਈ ਨਹੀਂ, ਕਮਜ਼ੋਰ ਹੋਈ ਨਹੀਂ, ਮਾਇਆ ਦੀ ਪਕੜ ਹੋਈ ਹੋਈ। ਕਮਾਲ ਹੋ ਗਈ। ਇਹ ਮੇਰੇ ਅੱਗੇ ਵਾਜਾ ਪਿਆ, ਇਹ ਵਾਜਾ ਮੈਨੂੰ ਅਮਰੀਕਾ ਲੈ ਗਿਆ, US। ਪਹਿਲੀ ਵਾਰੀ ਪ੍ਰੋਗਰਾਮ ਬਣਾਇਆ 22-23 ਦਿਨ ਦਾ, ਮੁੜ ਕੇ ਨਹੀਂ ਬਣਾਇਆ, ਮੁੜ ਕੇ ਹਫਤੇ ਦਾ ਹੀ ਰੱਖਦੇ। ਆਖੋ ਸਤਿਨਾਮ। ਸਫ਼ਰ ਪਾ ਕੇ ਹਫਤੇ ਦਾ 7-8 ਦਿਨ ਜਵਾਕ, ਦਿਲ ਹੀ ਨਹੀਂ ਸੀ ਲੱਗਦਾ। ਜੋ ਗੁਰੂ ਰਾਮਦਾਸ ਦੀ ਨਗਰੀ ਹੈ, ਗੁਰੂ ਰਾਮਦਾਸ ਦੀ ਹੋਈ। ਆਖੋ ਸਤਿਨਾਮ। ਉਹ ਤਰ੍ਹਾਂ ਸਾਰਾ ਹੀ ਧਨ ਨੇ, ਪਰ ਪਿਆਰ ਵਾਲੇ ਕਹਿੰਦੇ ਆ ਜਿਹਨੂੰ ਜ਼ਿੰਦਗੀ 'ਚ ਰਹਿਣ ਦਾ ਆ ਗਿਆ ਤਰੀਕਾ, ਉਹਦਾ ਪੰਜਾਬ ਹੀ ਅਮਰੀਕਾ। ਆਖੋ ਸਤਿਨਾਮ। ਉਹਦਾ ਇੱਥੇ ਹੀ ਅਮਰੀਕਾ। ਬਾਕੀ ਜਿੱਥੇ ਦਾਣਾ ਪਾਣੀ ਲੈ ਜਾਣਾ। ਇਹ ਮੈਨੂੰ ਵਾਜਾ ਲੈ ਗਿਆ ਜੀ ਅਮਰੀਕਾ, ਤੇ ਕੁਝ ਘਰਾਂ 'ਚ ਦੀਵਾਨ ਸੀ, ਕੋਈ ਗੁਰਦੁਆਰੇ 'ਚ। ਇੱਕ ਘਰ 'ਚ ਦੀਵਾਨ ਸੀ ਤੇ 250 ਸੰਗਤ ਸੀ। ਮੇਰਾ ਦਿਲ ਬੜਾ, ਮੈਂ ਇੱਕ ਦਿਨ ਮਸਾਂ ਹੀ ਕੱਟਦਾ ਹਾਂ ਵੀ ਕਦੋਂ ਵਾਪਸੀ ਦੀਆਂ ਦਿਨ ਆਉਣਗੇ। ਆਪਣੇ ਦਿਲ ਨੂੰ ਨਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਦਿਲ ਲੱਗੇ ਕਿ ਕੀਰਤਨ ਤੋਂ ਬਾਅਦ ਨਾ
ਮੈਂ ਬਾਲਟੀ ਫੜ ਲਈ ਤੇ ਮੈਂ ਕਿਹਾ ਲੰਗਰ ਦੀ ਹਾਜ਼ਰੀ ਲਾਈਏ ਵਰਤਾਉਣ ਦੀ, ਮਨ ਲੱਗੇ ਸਿਮਰਨ ਕਰਦੇ ਆ। ਤੇ ਮੈਨੂੰ ਇੱਕ ਪ੍ਰਬੰਧਕ ਕਹਿਣ ਲੱਗਾ ਬਾਲਟੀ ਛੱਡੋ, ਸਾਡਾ ਕੰਮ ਕਰੋ। ਆਖੋ ਸਤਿਨਾਮ। ਮੈਂ ਕਿਹਾ ਦੱਸੋ ਮਹਾਰਾਜ, ਮੈਂ ਤਾਂ ਕੰਮ ਅੱਗੇ ਲੱਭਦਾ ਪਿਆ। ਮੈਨੂੰ ਇੰਝ ਉਂਗਲ ਕਰਕੇ ਕਹਿੰਦੇ ਉਹ ਬਜ਼ੁਰਗ ਲੰਗਰ ਛਕ ਰਹੇ ਜੇ, ਬਜ਼ੁਰਗ ਨੈਣ ਵੀ ਥੱਕ ਗਏ, ਕੰਨ ਵੀ, ਸਰੀਰ ਨਿਰਵਲ। ਕਹਿੰਦੇ ਰੋਜ਼ 2-2.5 ਘੰਟੇ ਗੁਰਦੁਆਰੇ ਆਉਂਦੇ ਸੀ, ਹੁਣ 2-2.5 ਮਹੀਨੇ ਤੋਂ ਆ ਨਹੀਂ ਰਹੇ। ਤੇ ਤੁਹਾਡੀ ਗੱਲ ਇਹਨਾਂ ਮੋੜਨੀ ਨਹੀਂ, ਤੁਸੀਂ ਇਹਨਾਂ ਬਜ਼ੁਰਗਾਂ ਨੂੰ ਕਹੋ ਵੀ ਰੋਜ਼ ਆਇਆ ਕਰੋ। ਮੈਂ ਕਿਹਾ ਚੱਲ ਵਧੀਆ ਸੇਵਾ ਮਿਲੀ ਹੈ। ਮੈਂ ਚਲਿਆ ਗਿਆ ਬਜ਼ੁਰਗ ਕੋਲ। ਮੈਂ ਜਾ ਕੇ ਮਾੜਾ ਕਹਿਤਾ, ਮੈਂ ਕਿਹਾ ਬਜ਼ੁਰਗੋ ਪਤਾ ਲੱਗਾ ਹੈ ਤੁਸੀਂ ਰੋਜ਼ ਸਵੇਰੇ ਗੁਰਦੁਆਰੇ ਆਉਂਦੇ ਸੀ, 2-2.5 ਘੰਟੇ ਰਸ ਲੈਂਦੇ ਸੀ, ਤੇ ਹੁਣ 2.5 ਮਹੀਨੇ ਤੋਂ ਤੁਸੀਂ ਆ ਨਹੀਂ ਰਹੇ। 2-2.5 ਮਹੀਨੇ ਤੋਂ ਆ ਨਹੀਂ ਰਹੇ ਤੇ ਆਇਆ ਕਰੋ, ਕਿਉਂ ਛੱਡਤਾ? ਸੰਗਤ ਜੀ ਉਹਨੇ ਬੁਰਕੀ ਉੱਥੇ ਹੀ ਸੁੱਟਤੀ ਥਾਲੀ, ਉੱਥੇ ਹੀ ਨਾਲ ਹੀ ਪੈ ਗਿਆ, ਇੰਜ ਪੈ ਗਿਆ। ਗੁਰਗੋਪਾਲ ਸਿੰਘ ਕਿਉਂ ਆਵਾਂ ਗੁਰਦੁਆਰੇ? ਆਖੋ ਸਤਿਨਾਮ। ਮੈਂ ਕਿਹਾ 400 ਵੋਲਟ ਹੈ ਪੂਰਾ, ਗੱਲ ਆਖੋ ਸਤਿਨਾਮ। 250 ਲੱਗੇ ਤੇ ਠੀਕ ਹੈ। ਕਿਉਂ ਰਾਜੂ ਭਾਜੀ 230 ਠੀਕ ਹੁੰਦਾ? 230 ਵੋਲਟ ਤੇ ਠੀਕ ਹੈ ਇੰਡੀਆ ਦੇ ਹਿਸਾਬ ਨਾਲ। ਮੈਂ ਕਿਹਾ 400 ਵੋਲਟ ਕੰਮ ਬੜਾ ਗਰਮ ਹੈ। ਆਖੋ ਸਤਿਨਾਮ। ਸਿੱਧਾ ਹੀ ਵੋਲਟ ਗਰਮ ਬੜਾ। ਕਹਿੰਦਾ ਕਿਉਂ ਆਵਾਂ ਮੈਂ ਗੁਰਦੁਆਰੇ? ਮੈਂ ਕਿਹਾ ਚਲੋ ਕੋਈ ਨਹੀਂ। ਮੈਂ ਕਿਹਾ ਜੀ ਜਿਹਨੇ ਮੈਨੂੰ ਕਿਹਾ ਨਾ, ਉਹਦੀ ਗੱਲ ਕਹਿਣ ਵਿੱਚ ਕੋਈ ਜੁੜ ਰਿਹਾ, ਮੈਂ ਤਾਂ ਆਇਆ ਤੁਹਾਡੇ ਕੋਲ। ਜੇ ਉਹਦੀ ਗੱਲ 'ਚ ਕੋਈ ਤੋੜਨ ਵਾਲੀ ਗੱਲ ਹੁੰਦੀ ਤੇ ਫਿਰ ਮੈਂ ਨਹੀਂ ਸੀ ਆਇਆ। ਜੋੜਨ ਵਾਲੀ ਹੈ, ਮੈਂ ਤਾਂ ਆਇਆ। ਮੈਂ ਕਿਹਾ ਜੀ ਦਾਸ ਦੇ ਸਿਰ ਤੇ ਹੱਥ ਹੈ ਬਾਬਾ ਨੰਦ ਸਿੰਘ ਦਾ, ਗੁਰੂ ਗ੍ਰੰਥ ਸਾਹਿਬ ਦਾ ਤੇ ਹੈ ਹੀ ਹੈ, ਪਰ ਜਿਹੜੇ ਮਹਾਂਪੁਰਸ਼ਾਂ ਜੋੜਿਆ ਉਹਨਾਂ ਦਾ ਵੀ ਸੀਸ ਹੈ। ਮੈਂ ਕਿਹਾ ਬਾਬਾ ਨੰਦ ਸਿੰਘ ਦਾ ਬਚਨ ਹੈ, ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਇਹ ਧਿਆਨ ਰੱਖਿਆ ਕਰੋ, ਕੋਈ ਤੁਹਾਡੇ ਕੋਲ ਟੁੱਟ ਨਾ ਜਾਵੇ। ਆਖੋ ਸਤਿਨਾਮ। ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ ਨਹੀਂ। ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਰਗਾ ਪਾਪ ਨਹੀਂ, ਜੋੜਨ ਵਰਗਾ ਪੁੰਨ ਨਹੀਂ। ਕਦੀ ਕਿਸੇ ਨੂੰ ਗਲਤ ਰਾਹ ਨਾ ਪਾਏ। ਤੇਰੇ ਤੇ ਆਹ ਕੀਤਾ ਤੇ ਕੋ ਜਾ, ਤੈਨੂੰ ਆਹ ਹੋ ਗਿਆ, ਤੂੰ ਸਿਆਣੇ ਕੋ ਜਾ। ਇਹ ਪੰਕਤੀਆਂ ਵਸਾ ਲਓ ਤੇ ਬਾਬੇ ਦੇ ਚਰਨ ਫੜ ਲਓ। ਬਾਬਾ ਜੀ ਜਾਂ ਤੇ ਤੁਸੀਂ ਵੇਖੋ ਉਚਾਰਨ ਕੀਤੀਆਂ, ਧੁਰ ਕੀ ਬਾਣੀ ਆਈ, 3 ਸਗਲੀ ਵੀ ਤੁਸੀਂ ਕਿਹਾ ਸਾਰੀਆਂ ਚਿੰਤਾ ਬਾਣੀ ਨਾਲ ਜਾਂਦੀਆਂ, ਕੰਮ ਸ਼ੁਭ ਹੋਵੇ। ਮਾਰਾ ਫਿਰ ਕਿਰਪਾ ਕਰੋ, ਮੈਨੂੰ ਸਿਆਣਿਆਂ ਕੋ ਨਾ ਭੇਜੋ, ਜੋਤਸ਼ੀਆਂ ਕੋ ਨਾ ਭੇਜੋ, ਹੋਰ ਬੋਇਆਂ ਦੇ ਨਾ ਭੇਜੋ। ਤੁਸੀਂ ਉਹੀ ਕਿਹਾ ਸਗਲੀ, ਤੇ ਹੁਣ ਸਗਲੀ ਵਿੱਚੋਂ ਮੇਰੀ ਵੀ ਤੇ ਸਗਲੀ ਜੀ ਹੈ ਚਿੰਤਾ। ਆਖੋ ਸਤਿਨਾਮ। ਮੈਨੂੰ ਕਿਸੇ ਹੋਰ ਬੂਏ ਨਾ ਭੇਜੋ। ਤੁਸੀਂ ਉਚਾਰਨ ਕੀਤਾ, ਇਹ ਪਿਆਰ ਵਾਲਿਆਂ ਦੀਆਂ ਖੇਡਾਂ ਹੈ। ਚੜ ਮੈਂ ਤੇ ਸੰਗਤ ਨੂੰ ਬੇਨਤੀ ਕਰਾਂਗਾ, ਇਹੋ ਜੀ ਵਿਲ ਪਾਵਰ ਨਾਲ ਜੁੜ ਜਾਓ। ਜਪਜੀ ਸਾਹਿਬ ਚ ਆ ਜਾਏ ਨਾ, ਏਕਾ ਮਾਈ ਬੋਲੋ ਜੁਗਤ ਦਿਨ ਚੇਲੇ, ਇਹ ਆ ਜਾਵੇ ਐਡਾ ਕੋ ਟੱਟ ਕੇ ਜੁੜੋ। ਉਹ ਏਕਾ ਮਾਈ ਕੌਣ ਹੈ? ਸਾਡਾ ਕਲਗੀਆਂ ਵਾਲਾ। ਉਹ ਏਕਾ ਮਾਈ ਕੌਣ ਹੈ? ਗੁਰੂ ਨਾਨਕ, ਜਿਹੜਾ ਸਾਰੇ ਜਗਤ 'ਚ ਵਿਆਪਿਆ। ਆਮ ਨਾਰਾਇਣ ਰੂਪ ਸੀ ਧਰਤੀ ਤੇ ਆ ਕੇ ਤਾਰਿਆ, ਬਾਕੀ ਸਭ ਚੇਲੇ ਨੇ ਉਹਦੇ। ਆਖੋ ਸਤਿਨਾਮ। ਜਨ ਚੇਲੇ ਪ੍ਰਮਾਣ ਇੱਕ ਸੰਸਾਰੀ ਭੰਡਾਰੀ। ਆਪਣੇ ਗੁਰੂ ਲਈ ਐਡਾ ਤਕੜਾ ਵਿਸ਼ਵਾਸ ਰੱਖੋ। ਆਖੋ ਸਤਿਨਾਮ। ਇੱਕ ਕਦਮ ਵੀ ਨਾ ਕਿਸੇ ਨੂੰ ਮਾੜਾ ਕਹਿਣਾ, ਨਾ ਗੁਰੂ ਗ੍ਰੰਥ ਸਾਹਿਬ ਦੀ ਬੇੜੀ ਛੱਡ ਕੇ ਕਿਧਰੇ ਜਾਣਾ। ਆਖੋ ਸਤਿਨਾਮ। ਇਸ ਤਰ੍ਹਾਂ ਦੀ ਭਾਵਨਾ ਨਾਲ ਬਾਣੀ ਪੜਿਆ ਕਰੋ। ਉਹ ਏਕਾ ਮਾਈ ਤੂੰ ਹੈ ਗੁਰੂ ਨਾਨਕ। ਆਖੋ ਸਤਿਨਾਮ। ਮੇਰੇ ਲਈ ਤੂੰ ਹੈ, ਤੁਸੀਂ ਹੋ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ। ਹੁਣ ਤੁਹਾਨੂੰ ਕਿਸੇ ਬੰਦੇ ਨੇ ਲਿਖ ਕੇ ਦਿੱਤਾ ਹੋਵੇ ਫਲਾਣੀ ਚੀਜ਼ ਦੀ ਗਰੰਟੀ ਹੈ ਜੀ ਸਾਲ ਦੀ, ਤੇ ਉਹ ਮਹੀਨੇ 'ਚ ਹੋ ਜਾਏ ਖਰਾਬ, ਪੜ੍ਹਦੇ ਨਹੀਂ ਤੁਸੀਂ? ਪਿਆਰ ਕਹਿੰਦੇ ਨਹੀਂ, ਸਾਲ ਦੀ ਗਰੰਟੀ ਹੈ ਜੀ, ਮਹੀਨੇ 'ਚ ਅਪਸੈਟ ਹੋ ਗਿਆ। ਆਪਾਂ ਬਾਬੇ ਦੇ ਚਰਨ ਵੀ ਪਿਆਰ 'ਚ ਫੜ ਸਕਦੇ ਹਾਂ। ਬਾਬਾ ਜੀ ਤੁਸੀਂ ਕਿਹਾ ਧੁਰ ਕੀ ਬਾਣੀ ਆਈ 3 ਸਗਲੀ ਚਿੰਤ ਮਿਟਾਈ,
ਮੇਰੀ ਉਹ ਸਗਲੀ ਵਿੱਚੋਂ ਹੀ ਹੈ ਚਿੰਤ, ਹੈ ਸ਼ੁਭ ਹੋਵੇ, ਕਿਸੇ ਦਾ ਬੁਰਾ ਨਾ ਹੋਵੇ ਉਹ ਚਿੰਤ ਵਿੱਚ। ਮਹਾਰਾਜ ਹੁਣ ਕਿਰਪਾ ਕਰੋ, ਜਪਜੀ ਸਾਹਿਬ ਦਾ ਲੜ, ਸੁਖਮਨੀ ਸਾਹਿਬ ਦਾ ਲੜ ਤੁਸੀਂ ਫੜਾਓ, ਫੜਿਆ ਤੇ ਮਹਾਰਾਜ ਆਪ ਹੀ ਚਿੰਤਾ ਦੂਰ ਕਰੋ। ਆਖੋ ਸਤਿਨਾਮ, ਆਪ ਹੀ ਕਿਰਪਾ ਕਰੋ, ਬਖਸ਼ਿਸ਼ ਕਰੋ। ਇਹੋ ਜਿਹਾ ਵਿਸ਼ਵਾਸ ਤੁਸੀਂ ਅਰਦਾਸ ਕਰਿਓ, ਮੇਰੇ ਅੰਦਰ ਵੀ ਬਣੇ, ਤੁਹਾਡੇ ਅੰਦਰ ਵੀ ਬਣੇ। ਇਸੇ ਕਰਕੇ ਹੀ ਆਉਂਦੇ ਆ ਐਤਵਾਰ ਤੇ ਵੀਰਵਾਰ। ਆਖੋ ਸਤਿਨਾਮ, ਇਸੇ ਕਰਕੇ। ਗੱਲ ਮੈਂ ਕੀ ਬੋਲਣ ਡਿਆ ਭੁੱਲ ਗਿਆ, ਅਮਰੀਕਾ ਦੀ। ਹਾਂਜੀ, ਉਹ ਮੈਂ ਬਜ਼ੁਰਗ ਨੂੰ ਕਿਹਾ, ਫਿਰ ਗੋਡਾ ਫੜ ਕੇ ਮੈਂ ਕਿਹਾ ਜੀ ਬਾਬਾ ਨਾਨਕ ਦਾ ਬਚਨ ਨੇ, ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਜਿੰਨੇ ਸੱਜਣ ਨੇ ਮੈਨੂੰ ਤੁਹਾਡੇ ਕੋਲ ਭੇਜਿਆ, ਇਹ ਜੋੜਨ ਵਾਲੀ ਗੱਲ ਸੀ ਵੀ ਤੁਸੀਂ ਨਹੀਂ ਆ ਰਹੇ, ਮੈਂ ਤਾਂ ਆਇਆ ਆਰਾਮ ਨਾਲ ਗੱਲ ਕਰੋ। ਸਮਝ ਜੀ, ਉਹਦਾ ਕਰੰਟ ਉਸੇ ਤਰ੍ਹਾਂ 400 ਵੋਲਟ ਹੀ, ਬੁਰਕੀ ਛੱਡਤੀ। ਦਾਸ ਨੇ ਇੰਨਾ ਹੀ ਕਿਹਾ, ਮੈਂ ਕਿਹਾ ਜੀ ਪਤਾ ਲੱਗਾ ਤੁਸੀਂ ਰੋਜ਼ ਗੁਰਦੁਆਰੇ ਸਵੇਰੇ ਆਉਂਦੇ ਸੀ, 2-2.5 ਘੰਟੇ ਹਾਜ਼ਰੀ ਭਰਦੇ ਸੀ, ਕਥਾ ਕੀਰਤਨ ਸੁਣਦੇ ਸੀ, ਆਸਾ ਹੀ ਬਾਹਰ ਸੁਣਦੇ ਸੀ, ਹੁਣ 2-2.5 ਮਹੀਨੇ ਤੋਂ ਆ ਨਹੀਂ ਰਹੇ, ਕੀ ਗੱਲ? ਹੁਣ ਮੇਰੇ ਖਿਆਲ ਉਹ ਬਜ਼ੁਰਗ ਦੀ ਉਮਰ ਵੀ 70-75 ਸਾਲ ਹੋਣੀ ਹੈ, ਤੇ ਬੁਰਕੀ ਛੱਡ ਕੇ ਕਹਿੰਦਾ ਕਿਉਂ ਆਵਾਂ ਗੁਰਦੁਆਰੇ, ਗੁਰਗਵਾਸ ਸੀ ਕਿਉਂ ਆਵਾਂ ਗੁਰਦੁਆਰੇ? ਮੈਂ ਹੋਇਆ ਕੀ ਹੈ? ਕਹਿੰਦਾ 2.5 ਮਹੀਨੇ ਪਹਿਲਾਂ ਇਹਨਾਂ ਨੇ ਬਣਾਈ ਹੈ ਨਵੀਂ ਕਮੇਟੀ, ਕਹਿ ਦਿਓ ਗੱਜ ਕੇ ਸਤਿਨਾਮ। 2.5 ਮਹੀਨੇ ਪਹਿਲੇ ਇਹਨਾਂ ਨੇ ਬਣਾਈ ਨਵੀਂ ਕਮੇਟੀ, ਪੁਰਾਣੀ ਕਮੇਟੀ 'ਚ ਮੈਂ ਮੈਂਬਰ ਹਾਂ, ਤੇ ਨਵੀਂ ਕਮੇਟੀ 'ਚ ਮੈਨੂੰ ਮੈਂਬਰ ਨਹੀਂ ਲਿਆ। ਕਹਿੰਦੇ ਅਹੁਦਾ ਗਿਆ ਤੇ ਗੁਰਦੁਆਰਾ ਗਿਆ, ਕਹਿ ਦਿਓ ਗੱਜ ਕੇ ਸਤਿਨਾਮ। ਹੁਣ ਇਹਨੂੰ ਮੈਂ ਉੱਥੇ ਲਿਆਣਾ ਜੇ, 80 ਸਾਲ ਉਮਰ ਹੋ ਗਈ, ਨੈਣ ਥੱਕ ਗਏ, ਵੇਖਿਆ ਨਹੀਂ ਜਾਂਦਾ, ਕੰਨ ਥੱਕ ਗਏ, ਸੁਣਿਆ ਨਹੀਂ ਪੂਰੀ ਤਰ੍ਹਾਂ ਜਾਂਦਾ, ਪੈਰ ਲੱਤਾਂ ਥੱਕ ਗਈਆਂ, ਚੱਲਿਆ ਨਹੀਂ ਜਾਂਦਾ ਸਹੀ, ਜ਼ਬਾਨ ਥੱਕ ਗਈ, ਸਹੀ ਬੋਲਿਆ ਨਹੀਂ ਜਾਂਦਾ। ਪਰ ਵੇਖੋ ਇੱਕ ਅਹੁਦਾ ਨਹੀਂ ਮਿਲਿਆ, ਕਹਿੰਦੇ ਉਹ ਜਿਹੜੀ ਪਕੜ ਹੈ ਉਹ ਨਹੀਂ ਥਕੀ, ਉਹ ਉਸੇ ਤਰ੍ਹਾਂ ਹੀ ਪਕੜ ਬਣੀ ਪਈ ਹੈ। ਇਹ ਮਹਾਂਪੁਰਸ਼ ਕਹਿੰਦੇ ਸੀ, ਭਗਤ ਕਬੀਰ ਜੀ ਦਾ ਸ਼ਬਦ ਹੈ, ਔਰ ਬਾਕੀ ਸਭ ਕੁਝ ਨਿਰਵਲ ਹੋ ਗਿਆ, ਤੇਰਾ ਮੋਹ ਤੇ ਨਿਰਵਲ ਹੋਇਆ ਹੀ ਨਹੀਂ, ਤੇਰੀ ਵਾਹਵਾ ਤੇ ਨਿਰਵਲ ਹੋਈ ਨਹੀਂ, ਤੇਰੀ ਪਕੜ ਤੇ ਨਿਰਵਲ ਹੋਈ ਨਹੀਂ। ਇਹ ਬੜੀ ਮੁਸ਼ਕਲ ਮੈਨੂੰ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਲੱਭਾ ਜੀ, ਕਿਉਂਕਿ ਫਿਰ ਮੋਹਰ ਲੱਗ ਜਾਂਦੀ ਸਾਡੇ ਮਾਲਕ ਦੀ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਗੱਲ ਆ ਜੇ। ਮੈਂ ਇਕੱਲਾ ਹੀ ਕਹੀ ਜਾਵਾਂ, ਅੱਖਾਂ ਥੱਕ ਗਈਆਂ, ਗਲਾ ਥੱਕ ਗਿਆ ਜੀ, ਮੋਹ ਤੇ ਥੱਕਿਆ ਨਹੀਂ, ਉਹ ਤੇ ਘਟਿਆ ਨਹੀਂ, ਪਕੜ ਤੇ ਘਟੀ ਨਹੀਂ। ਪਰ ਜਦੋਂ ਸ਼ਬਦ ਲੱਭਾ ਮੈਨੂੰ ਕਬੀਰ ਜੀ ਦਾ, ਮੈਨੂੰ ਚਾਅ ਚੜ ਗਏ। ਆ ਸੁਣ ਲਿਓ ਪਿਆਰ ਨਾਲ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੇ ਦਾ ਮਤਲਬ ਇਹ ਨਿਰਮਲ ਹੋ ਗਏ, ਇਹ ਨਿਰਮਲ ਹੋ ਗਏ, ਇਹ ਕਮਜ਼ੋਰ ਹੋ ਗਏ ਉਮਰ ਦੇ ਹਿਸਾਬ ਨਾਲ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਕਾਇਆ ਸਰੀਰ ਜਰਾ ਹੱਕ ਦੀ ਸਭ ਮਤ ਥਕੀ, ਏਕ ਨਾ ਥਾਕਸ ਮਾਇਆ। ਉਹ ਨਿਰਵਲ ਹੋਈ ਨਹੀਂ ਪਕੜ, ਉਹ ਵਾਵਾ ਨਿਰਵਲ ਹੋਈ ਨਹੀਂ, ਮਾਇਆ ਦਾ ਕੰਮ ਨਿਰਵਲ ਹੋਇਆ ਨਹੀਂ, ਕਹਿ ਦਿਓ ਗੱਜ ਕੇ ਸਤਿਨਾਮ। ਜਰਾ ਹੱਕ ਦੀ ਸਭ ਮਤ ਥਕੀ, ਏਕ ਨਾ ਥਾਕਸ ਮਾਇਆ। ਸਿਰ ਕੰਪਿਓ ਪਗ ਡਗ ਮਗੇ, ਨੈਣ ਜੋਤ ਤੇ ਹੀਨ, ਕਉ ਨਾਨਕ ਬਿਦ ਭਈ, ਤਉ ਨ ਹਰਿ ਰਸ ਲੀਨ, ਕਉ ਨਾਨਕ ਬਿਦ ਭਈ, ਤਉ ਨ ਹਰਿ ਰਸ ਲੀਨ। ਨੈਣੋ ਨੀਰ ਬਹਿ ਤਨ ਖੀਨਾ, ਪਏ ਕੇਸ ਦੁਦਵਾਨੇ, रुद्रा कंठ शब्द नहीं उचरे, अब क्या करे परानी। राम राय हो वेद बनवारी, अपने संत ले हो उबारी। माथे पीर शरीर जलन है, कर्क करे जे माही। ऐसी बेदन उपज खरी पई, बाका औखद नाही।
हर का नाम अमृत जल निर्मल ए औखद जग सारा। गुर प्रसाद कहे जन पीखन पावो मोख द्वारा। सिर कंप्यो पग डगमगे नैन जोत तेरी कहो नानक बिद भई ਤਉ ਨ ਹਰ ਰਸ ਦੀ। ਸੰਗਤ ਜੀ 5 ਮਿੰਟ ਸਮਾਪਤੀ ਹੋ ਜਾਣੀ। ਕੋਈ ਉੱਠੇ ਨਾ, ਟਿਕਾਓ ਬਖਸ਼ਿਓ। ਬੈਠੇ ਬੈਠੇ ਇੱਕ ਧਾਰਨਾ ਬਣ ਗਈ, ਬੈਠੇ ਬੈਠੇ ਬਣ ਜਾਂਦੀ ਭੋਲੇ ਭਾਈ। ਲਾਇਓ ਪਿਆਰ ਨਾਲ। ਅਮਰੀਕਾ ਦੇ ਬਜ਼ੁਰਗ ਦੀ ਗੱਲ ਸਾਹਮਣੇ ਲਿਆਣਾ। ਆ ਨਿਰਬਲ ਹੋਵੇ ਜਿਹੜੀ ਚੀਜ਼ ਹੋਣੀ ਚਾਹੀਦੀ ਸੀ। ਗੁਰੂ ਵਾਰੇ ਜਾਵੇ ਜੀ ਜਿਹੜਾ ਸੋਭਾ ਨੂੰ ਮਾਰੇ, ਵਾਵਾ ਨੂੰ ਮਾਰੇ, ਪਕੜ ਮਾਇਆ ਦੀ। ਜਿਹੜਾ ਸੋਭਾ ਨੂੰ ਮਾਰੇ, ਵਾਵਾ ਨੂੰ ਮਾਰੇ, ਪਕੜ ਮਾਇਆ ਦੀ। ਗੁਰੂ ਬਲੇ ਹਾਰੇ ਜਾਵੇ ਜੀ ਜਿਹੜਾ ਸੋਭਾ ਨੂੰ ਮਾਰੇ, ਜਿਹੜਾ ਵਾਵਾ ਨੂੰ ਮਾਰੇ, ਜਿਹੜਾ ਪਕੜ ਮਾਇਆ ਦੀ ਮਾਰੇ। ਗੁਰੂ ਬਲੇ ਹਾਰੇ ਜਾਵੇ ਜੀ ਜਿਹੜਾ ਸੋਭਾ ਨੂੰ ਮਾਰੇ, ਜਿਹੜਾ ਵਾਵਾ ਨੂੰ ਮਾਰੇ, ਜਿਹੜਾ ਪਕੜ ਮਾਇਆ ਦੀ ਮਾਰੇ। ਬੋਲੋ ਗੁਰੂ ਬਲੇ ਹਾਰੇ ਜਿਹੜਾ ਸੋਭਾ ਨੂੰ, ਜਿਹੜਾ ਵਾਵਾ ਨੂੰ, ਜਿਹੜਾ ਪਕੜ ਮਾਇਆ ਦੀ। ਗੁਰੂ ਬਲਿਹਾਰੇ ਜਾਵੇ ਜੀ ਜਿਹੜਾ ਸੋਭਾ ਨੂੰ ਮਾਰੇ, ਜਿਹੜਾ ਵਾਵਾ ਨੂੰ ਮਾਰੇ, ਜਿਹੜਾ ਪਕੜ ਮਾਇਆ ਦੀ। ਬੋਲੋ ਗੁਰੂ ਬਲਿਹਾਰੇ ਵਾਵਾ ਨੂੰ। ਹਾਂ ਤਿਸ ਕੋਲ ਕੁਮਾਇਆ ਗੁਰਮਤਿ ਦੇ ਗਰੀਬੀ ਆਵੇ। ਹਾਂ ਤਿਸ ਕੋਲ ਕੁਮਾਇਆ ਪਰ ਨਾਰੀ ਦੇ ਨੇੜ ਨ ਜਾਵੇ। ਹਾਂ ਤਿਸ ਕੋਲ ਕੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਹਾਂ ਤਿਸ ਕੋਲ ਕੁਮਾਇਆ ਪਰ ਨਿੰਦਾ ਸੁਨ ਆਪ ਹਟਾਵੇ। ਹਾਂ ਤਿਸ ਕੋਲ ਕੁਮਾਇਆ ਸਤਿਗੁਰੂ ਦਾ ਉਪਦੇਸ਼ ਕਮਾਵੇ। ਹਾਂ ਤਿਸ ਕੋਲ ਕੁਮਾਇਆ ਥੋੜਾ ਸਮੇਂ ਥੋੜਾ ਹੀ ਕਾਵੇ। ਗੁਰਮੁਖ ਸੋਈ ਸਹਿਜ ਸਮਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਗੁਰ ਬਲਿਹਾਰੇ ਜਾਵੇ ਜੀ ਜਿਹੜਾ ਸੋਭਾ ਨੂੰ ਮਾਰੇ, ਜਿਹੜਾ ਵਾਵਾ ਨੂੰ ਮਾਰੇ, ਉਹ ਜਿਹੜਾ ਪਕੜ ਮਾਇਆ ਦੀ ਮਾਰੇ। ਬੋਲੋ ਗੁਰ ਬਲਿਹਾਰੇ ਹੋ ਜਿਹੜਾ ਸੋਭਾ ਨੂੰ, ਜਿਹੜਾ ਜਿਹੜਾ ਪਕੜ ਮਾਇਆ ਦੀ। ਵਾਹ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਹਉ ਮੈਂ ਗਰਭ ਨਿਵਾਰੀਐ ਗੁਰਮੁਖ ਹਿਰਦੈ ਗਰੀਬੀ ਆਵੈ ਗਿਆਨਮਤੀ ਘਟ ਚਾਨਣਾ ਪਰਮ ਅਗਿਆਨ ਅੰਧੇਰ ਮਿਟਾਵੈ ਹੋਏ ਨਿਸਾਣਾ ਠਹਿ ਪਵੈ ਕਰ ਗਏ ਮਾਨ ਨਿਮਾਣਾ ਪਾਵੈ ਹਸਮੈ ਸੋਈ ਭਾਵਦਾ ਹਸਮੈ ਦਾ ਜਿਸ ਭਾਣਾ ਪਾਵੈ ਭਾਣਾ ਮੰਨੈ ਮੰਨੀਐ ਆਪਣਾ ਭਾਣਾ ਆਪ ਮਨਾਵੈ ਦੁਨੀਆ ਵਿੱਚ ਪਰਾ ਹੋਣਾ ਦਾਵਾ ਛੱਡ ਦਾਵਾ ਛੱਡ ਰਹੇ ਲਾਦਾਵੇ ਸਾਧ ਸੰਗ ਬਿਨ ਹੁਕਮ ਕਮਾਵੇ ਹਉ ਮੈਂ ਗਰਭ ਨਿਵਾਰੀਐ ਗੁਰਮੁਖ ਹਿਰਦੈ ਗੁਰਮੁਖ ਹਿਰਦੈ ਗਰੀਬੀ ਆਵੈ ਗੁਰ ਬਲਿਹਾਰੇ ਜਾਵੇ ਜੀ ਜਿਹੜਾ ਸੋਭਾ ਨੂੰ ਮਾਰੇ ਜਿਹੜਾ ਬਾਬਾ ਨੂੰ ਮਾਰੇ ਜਿਹੜਾ ਪਕੜ ਮਾਇਆ ਦੀ ਮਾਰ ਬੋਲੋ ਗੁਰ ਬਲਿਹਾਰੇ ਓ ਜਿਹੜਾ ਬਾਬਾ ਨੂੰ ਉਹ ਜਿਹੜਾ ਪਕੜ ਮਾਇਆ 2 ਮਿੰਟ ਸਮਾਪਤੀ ਹੈ ਜੀ। ਇੱਕ ਸੱਜਣ ਸੀ ਮੈਂ ਕਿਵੇਂ ਸਵਾਦ ਦੱਸਾਂ ਮੇਰੀ ਬੜੀ ਰੀਝ ਹੈ ਤੁਹਾਡੀਆਂ ਅਰਦਾਸਾਂ ਨਾਲ ਮੈਂ ਵੀ ਉਹ ਪੌੜੀ ਚੜਾਂ ਆਪਣੇ ਫਾਇਦੇ 'ਚ ਇੰਨੀ ਖੁਸ਼ੀ ਨਾ ਹੋਵੇ ਜਿੰਨੀ ਦੂਜੇ ਦੇ ਫਾਇਦੇ 'ਚ ਹੋਵੇ ਬੜੀ ਪਿਆਰੀ ਪੌੜੀ ਹੈ ਪਕੜ ਮੁੱਕ ਜਾਂਦੀ ਮੇਰੀ ਉਮਰ ਹੋਣੀ ਉਦੋਂ 25 ਸਾਲ ਉਦੋਂ ਕੀਰਤਨ ਸਿਖਾਉਂਦੇ ਸੀ ਆਪਾਂ 25-30 ਸਾਲ ਹੋਏ ਗੱਲ ਲੰਬੀ ਨਹੀਂ ਕਰਨੀ 100 ਬੱਚਾ ਹੁੰਦਾ ਸੀ 50 ਬੱਚੇ ਫਿਰ ਸਾਨੂੰ ਥਿਊਰੀ ਹੁੰਦੀ ਜਿਹੜਾ ਬੱਚਾ 10 ਸ਼ਬਦ ਸਿੱਖ ਗਿਆ ਜਿਹੜਾ ਪਹਿਲਾਂ ਸਿੱਖਣ ਆਇਆ 10 ਵਿੱਚੋਂ ਉਹਦੀ ਡਿਊਟੀ ਲਾ ਦਿੱਤੀ ਸੀ ਇਹਨੂੰ ਸਰਗਮ ਕਰਾਓ ਪਹਿਲੀ ਦੂਜੀ ਸਰਗਮ ਕਰਾਓ ਤੀਜੀ ਕਰਾਓ ਚੌਥੀ ਸਾਰੇ ਗਾ ਮਾ ਪਾ ਧਾ ਨੀ ਸਾ ਸਾਰੇ ਗਾ ਰੇ ਗਾ ਮਾ ਸਾਰੇ ਗਾ ਰੇ ਗਾ ਮਾ ਪਾ ਤੀਜੀ ਸਰਗਮ ਚੌਥੀ ਪੰਜਵੀਂ ਇੱਕ ਬੱਚੀ ਨਾ ਜੀ 20-22 ਸ਼ਬਦ ਸਿੱਖ ਚੁੱਕੀ ਸੀ ਤੇ ਭਾਈ ਪ੍ਰੇਮ ਸਿੰਘ ਜੀ ਦੀ ਟਿਊਨ ਸੀ ਸ਼ਬਦ ਸੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛ ਉਹ ਬੱਚੀ ਮੈਨੂੰ ਕਹਿੰਦੀ ਜੀ ਮੈਨੂੰ ਆਹ ਸ਼ਬਦ ਕਰਾਓ ਉਹ ਹੁੰਦਾ ਵੀ ਉਦੋਂ ਸੀ ਜਿਹੜਾ 20-22 ਸ਼ਬਦ ਸਿੱਖ ਚੁੱਕਾ ਹੋਵੇ ਬੜੀ ਔਖੀ ਟਿਊਨ ਸੀ ਹੁਣ ਚੋਲਾ ਬਦਲ ਕੇ ਭਾਈ ਪ੍ਰੇਮ ਸਿੰਘ ਲੋਇਆ ਰਸ਼ ਬੜਾ ਸੀ ਮੈਂ ਇੱਕ ਬੱਚੀ ਨੂੰ ਆਵਾਜ਼ ਮਾਰੀ ਮੈਂ ਕਿਹਾ ਬੇਟਾ ਤੈਨੂੰ ਇਹ ਟਿਊਨ ਆਉਂਦੀ ਹੈ ਜੋ ਹਮ ਰੁਲਤੇ ਫਿਰਤੇ ਕਹਿੰਦੀ ਆਉਂਦੀ ਮੈਂ ਕਿਹਾ ਆਵਾਜ਼ਾਂ ਲੈ ਜਾ ਇਹ ਹਾਲ ਹੁੰਦੇ ਸੀ ਜੀ ਅੰਮ੍ਰਿਤਸਰ 13-14 ਜਗ੍ਹਾ ਹੁੰਦੀਆਂ ਸੀ ਅਲੱਗ-ਅਲੱਗ ਕਿਤੇ ਕੋਈ ਦਿਨ ਸੀ ਕਿਤੇ ਕੋਈ ਦਿਨ ਮੈਂ ਕਿਹਾ ਆਵਾਜ਼ਾਂ ਲੈ ਜਾ ਇਹਨੂੰ ਇਹ ਟਿਊਨ ਸਿਖਾ ਦੇ ਸ਼ਬਦ ਭਾਈ ਪ੍ਰੇਮ ਸਿੰਘ ਜੀ ਵਾਲੀ ਟਿਊਨ ਹਮ ਰੁਲਤੇ ਫਿਰਤੇ ਉੱਥੇ ਖੜੀ ਕਹਿੰਦੀ ਮੈਂ ਤਾਂ ਨਹੀਂ ਸਿਖਾਉਣੀ ਆਖੋ ਸਤਿਨਾਮ ਇਹਨੂੰ ਮੈਂ ਤਾਂ ਨਹੀਂ ਸਿਖਾਉਣੀ ਮੈਂ ਹੱਕਾ ਬੱਕਾ ਜਿਹਾ ਰਹਿ ਗਿਆ ਮੈਂ ਕਿਹਾ ਉਹ ਕਿਉਂ
ਬੜੀ ਇਸ ਤਰ੍ਹਾਂ ਕਹਿੰਦੀ, ਤੁਹਾਨੂੰ ਪਤਾ ਹੀ ਨਹੀਂ। ਮੈਂ ਕੀ ਨਹੀਂ ਪਤਾ? ਮੈਂ ਤਾਂ ਇੰਨਾ ਹੀ ਕਹਿ ਨੂੰ ਟਿਊਬ ਤੈਨੂੰ ਆਂਦੀ ਇਹਨੂੰ ਸਿਖਾ, ਤੁਹਾਨੂੰ ਪਤਾ ਹੀ ਨਹੀਂ। ਮੈਂ ਕਿਹਾ ਬੇਟਾ ਕੀ ਗੱਲ? ਲੈ ਤੁਹਾਨੂੰ ਪਤਾ ਹੀ ਨਹੀਂ। ਮੈਂ ਕੀ ਚੀਜ਼ ਨਹੀਂ ਪਤਾ? ਕਹਿੰਦੀ ਵੀਰ ਜੀ ਸਾਡਾ ਸਕੂਲ ਇੱਕੋ ਹੀ ਹੈ, ਸਾਡੀ ਕਲਾਸ ਵੀ ਇੱਕੋ ਹੀ ਹੈ। ਜੇ ਇਹਨੂੰ ਮੈਂ ਟਿਊਨ ਸਿਖਾਤੀ ਮੇਰੀ ਬੁੱਕਤ ਘਟ ਜਾਣੀ। ਜਿੱਥੇ ਤੁਹਾਡੇ ਆ ਵਿਚਾਰ ਨੇ ਕਦੀ ਤਰੱਕੀ ਨਹੀਂ ਕਰੋਗੇ, ਕਦੀ ਤਰੱਕੀ ਨਹੀਂ ਕਰੋਗੇ। ਬਸ ਛੱਪੜ ਵਾਂਗੂ ਹੀ ਕੰਮ ਰਹੂਗਾ। ਜਿੱਥੇ ਵਿਚਾਰ ਵੰਡਣਾ ਗੁਣ ਵੰਡਣੇ ਗਾਂ ਦੇਣੇ ਉੱਥੇ ਗੁਰੂ ਤੁਹਾਨੂੰ ਝਰਨਾ ਬਣਾਏਗਾ। ਪਿੱਛੋਂ ਆਈ ਜਾਊਗਾ, ਅੱਗੋਂ ਵੰਡੀ ਜਾਏ। ਆਖੋ ਸਤਿਨਾਮ। ਉੱਥੇ ਗੁਰੂ ਨਦੀ ਬਣਾਊਗਾ, ਦਰਿਆ ਬਣਾਊਗਾ। ਜਿੱਥੇ ਆ ਸੁਭਾਅ ਹੈ ਵੰਡਣ ਦਾ। ਅੱਜ ਆ ਮੰਗ ਰਹੇ ਆ ਕਹਿ ਰਹੇ ਗੁਰੂ ਬਲਿਹਾਰੇ ਜਾਵੇ ਜੀ, ਜਿਹੜਾ ਸੋਭਾ ਨੂੰ ਵੀ ਮਾਰੇ, ਬਾਬਾ ਨੂੰ ਮਾਰੇ, ਪਕੜ ਮਾਇਆ ਦੀ। ਮੇਰੇ ਖਿਆਲ 'ਚ 10 ਸਾਲ ਦਾ ਬੱਚਾ ਵੀ ਕਥਾ ਸੁਣਦਾ ਹੋਵੇ, ਉਹ ਸਮਝ ਗਿਆ ਹੋਵੇਗਾ ਕੀ ਕਥਾ ਹੋ ਰਹੀ। ਅੱਖਾਂ ਨਿਰਬਲ ਹੋ ਗਈਆਂ। ਆ ਵੇਖੋ ਮੇਰੇ ਵੀ ਐਨਕ ਲੱਗੀ ਹੈ, ਨਿਰਬਲ ਨੇ ਤਾਂ ਹੀ ਲੱਗੀ। ਐਨਕ ਲਾ ਦੇਵਾਂ ਮੈਂ 1 ਮਿੰਟ ਨਹੀਂ ਚੱਲ ਸਕਦਾ, ਪੜਿਆ ਨਹੀਂ ਜਾਂਦਾ। ਇੰਨੀਆਂ ਨਿਰਬਲ ਨੇ। ਕੰਨ ਨਿਰਬਲ ਹੋ ਗਏ, ਰਸਨਾ ਨਿਰਬਲ ਹੋ ਗਈ, ਪੈਰ ਨਿਰਬਲ ਹੋ ਗਏ। ਉਹ ਜੋ ਨਿਰਬਲ ਹੋਣਾ ਸੀ ਉਹ ਕੀਤਾ ਹੀ ਨਹੀਂ। ਆਖੋ ਸਤਿਨਾਮ। ਪਕੜ ਤੇ ਨਿਰਬਲ ਹੋਈ। ਚਲੋ ਮੈਂ ਇੱਕ ਗੱਲ ਸੀ ਮੈਨੂੰ ਮਹਾਂਪੁਰਸ਼ਾਂ ਤੋਂ ਸੁਣੀ। ਬਾਜ਼ਾਰ ਦੇ ਵਿੱਚ ਇੱਕ ਸੱਜਣ ਕਾਗਜ਼ ਦੇ ਟੁਕੜੇ ਤੇ ਲੀਰਾਂ ਇਕੱਠੀਆਂ ਕਰਨ ਦੇ। ਜਿੱਥੇ ਕਾਗਜ਼ ਦਾ ਟੁਕੜਾ ਆਵੇ ਚੁੱਕੀ ਜਾਵੇ, ਲੀਰਾਂ ਚੁੱਕੀ ਜਾਵੇ, ਕਾਗਜ਼ ਦੇ ਟੁਕੜੇ ਚੁੱਕੀ ਜਾਵੇ, ਲੀਰਾਂ ਇਕੱਠੀਆਂ ਕਰੀ ਜਾਵੇ। ਤੇ ਉਹਨੂੰ ਇੱਕ ਸਰੀਰ ਹੱਸ ਪਿਆ, ਉਹ ਬੜਾ ਗਵਾਰ ਹੈ ਤੂੰ। ਇਹ ਮੈਂ ਹਲਕੇ ਜਿਹੇ ਲਫ਼ਜ਼ ਲੈ ਰਿਹਾ, ਹਲਕੇ ਜਿਹੇ। ਕਈ ਵਾਰੀ ਕਰਨੇ ਪੈਂਦੇ ਹਲਕੇ, ਰਾਜੂ ਭਾਜੀ ਕਰਨੇ ਪੈਂਦੇ ਕਈ ਵਾਰੀ ਹਲਕੇ। ਜਿੱਥੇ ਮੈਂ ਪੜਿਆ ਉਹਨੂੰ ਪਾਗਲ ਲਿਖਿਆ, ਉਹ ਬੜਾ ਪਾਗਲ ਹੈ ਤੂੰ। ਮੈਂ ਪਾਗਲ ਤੋਂ ਗਵਾਰ ਕਰਦਾ। ਮੈਂ ਕਿਹਾ ਗੁੱਸਾ ਨਾ ਕਰ ਜੇ ਕੋਈ। ਆਖੋ ਸਤਿਨਾਮ। ਥੋੜਾ ਡਾਊਨ ਕਰ ਦਈਏ। ਉਹ ਸੱਜਣ ਕਹਿਣ ਲੱਗਾ ਤੂੰ ਬੜਾ ਗਵਾਰ ਹੈ। ਆ ਗਈ ਲੀਰਾਂ ਕਾਗਜ਼ ਇਕੱਠੇ ਕਰੀ ਜਾਂਦਾ ਬਾਜ਼ਾਰ। ਬੜਾ ਗਵਾਰ ਹੈ ਤੂੰ, ਬੜਾ ਮੂਰਖ ਹੈ। ਆ ਗਈ ਲੀਰਾਂ ਕਾਗਜ਼। ਕੋਲ ਖੜੇ ਸੀ ਮਹਾਂਪੁਰਸ਼ ਖੜੇ। ਉਹ ਕਹਿੰਦੇ ਕਿਉਂ ਬੋਲੀ ਜਾਂਦੇ ਇਹਨੂੰ ਇਹਨਾਂ? ਕਹਿੰਦੇ ਵੇਖੋ ਜੀ ਕਿੱਡਾ ਗਵਾਰ ਹੈ, ਲੀਰਾਂ ਤੇ ਕਾਗਜ਼ ਬਾਜ਼ਾਰ ਚੋਂ ਇਕੱਠੇ ਕਰੀ ਜਾਂਦੇ। ਤੇ ਮਹਾਂਪੁਰਸ਼ ਕੋਲ ਖੜੇ ਸੀ, ਕਹਿੰਦੇ ਇਹਦੇ ਤੇ ਇੰਨਾ ਗੁੱਸਾ ਨਾ ਕਰ। ਬਹੁਤ ਸਾਰਾ ਸੰਸਾਰ ਦਾ ਹਿੱਸਾ ਕਾਗਜ਼ ਤੇ ਲੀਰਾਂ ਇਕੱਠੇ ਕਰਨ 'ਚ ਹੀ ਲੱਗਾ ਹੋਇਆ। ਗੱਲ ਨੂੰ ਸਮਝ ਲੈਣਾ ਥੋੜਾ ਜਿਹਾ। ਮਹਾਂਪੁਰਸ਼ ਕਹਿੰਦੇ ਬਹੁਤ ਸਾਰਾ ਸੰਸਾਰ ਦਾ ਹਿੱਸਾ ਕਾਗਜ਼ ਤੇ ਲੀਰਾਂ ਇਕੱਠੇ ਕਰਨ 'ਚ ਹੀ ਲੱਗਾ। ਇਹਦੇ ਤੇ ਇੰਨਾ ਗੁੱਸਾ ਨਾ ਕਰ। 90% ਸੰਸਾਰ ਦਾ ਹਿੱਸਾ ਕਾਗਜ਼ ਤੇ ਲੀਰਾਂ ਇਕੱਠਾ ਕਰਨ ਤੇ ਲੱਗਾ ਹੋਇਆ। ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਲੀਰਾਂ ਸੂਟ ਸਾਟ ਹੋ ਗਏ, ਕਾਗਜ਼ ਨੋਟ ਹੋ ਗਏ। ਬਹੁਤ ਸਾਰਾ ਸੰਸਾਰ ਦਾ ਹਿੱਸਾ ਕੱਪੜੇ ਤੇ ਨੋਟ ਇਕੱਠੇ ਕਰਨ 'ਚ ਹੀ ਲੱਗਾ ਹੋਇਆ। ਉਹਦੇ ਤੇ ਇੰਨਾ ਗੁੱਸਾ ਨਾ ਕਰ। ਇਹ ਗਵਾਰ ਹੈ ਤੇ ਉਹ ਵੀ ਗਵਾਰ ਨੇ ਜਿਹੜੇ ਸਾਰੀ ਜ਼ਿੰਦਗੀ ਅੰਮ੍ਰਿਤ ਵੇਲੇ ਵੱਲ ਧਿਆਨ ਨਹੀਂ, ਬੰਦਗੀ ਵੱਲ ਧਿਆਨ ਨਹੀਂ, ਤੇ ਲੀਰਾਂ ਤੇ ਕਾਗਜ਼ ਇਕੱਠੇ ਕਰਨ 'ਚ ਹੀ ਲੱਗੇ। ਆਖੋ ਸਤਿਨਾਮ। ਇਹਨੂੰ ਇਕੱਠੇ ਕਰਨ 'ਚ ਹੀ ਲੱਗੇ। ਮੈਂ ਬੜਾ ਸੋਚਦਾ ਰਿਹਾ ਜੀ। ਮੈਂ ਕਹਿੰਦਾ ਤੇ ਪੰਕਤੀ ਕਿਹੜੀ ਲਿਆਵਾਂ? ਆਖੋ ਸਤਿਨਾਮ। ਗੱਲ ਫਿਰ ਬਾਣੀ ਚੋਂ ਲਿਆਣੀ ਹੁੰਦੀ। ਕਈ ਦ੍ਰਿਸ਼ਟਾਂਤ ਹੁੰਦੇ ਨੇ, ਉਹਨੂੰ ਫਿਰ ਬਾਣੀ ਚੋਂ। ਫਿਰ ਕਬੀਰ ਜੀ ਦਾ ਸ਼ਬਦ ਆ ਗਿਆ ਸਾਹਮਣੇ, ਉਹ ਸੁਣ ਲਓ ਜੀ। ਕਿਉਂਕਿ ਮੈਂ ਉੱਠਾਂ ਤਾਂ ਤੁਸੀਂ ਗੁੱਸਾ ਹੀ ਨਾ ਕਰ ਲਓ ਜੀ। ਗੁਰੂ ਇਕਬਾਲ ਸਿੰਘ ਨੇ ਨੋਟਾਂ ਨੂੰ ਕਾਗਜ਼ ਕਹਿਤਾ। ਸਾਡੇ ਘਰ ਐਡੇ ਸੂਟ ਪਏ ਨੇ, 100 ਸੂਟ ਪਿਆ ਅਲਮਾਰੀ 'ਚ, ਮੋਹ ਤਾਂ ਵੀ ਨਹੀਂ ਮੁੱਕਦਾ। ਆਖੋ ਸਤਿਨਾਮ। ਉਹ ਮੈਂ ਇਤਿਹਾਸ ਲਿਖਿਆ। ਗੁਰੂ ਅਮਰਦਾਸ ਜੀ 3 ਵਰਦੀਆਂ ਰੱਖਦੇ, ਸਿਰਫ 3 ਸੈੱਟ ਰੱਖਦੇ ਸੀ, 3 ਸੈੱਟ। ਆਖੋ ਸਤਿਨਾਮ। ਗੁਰੂ ਅਮਰਦਾਸ ਜੀ 3 ਸੈੱਟ, ਇੱਕ ਪਾਣਾ, ਇੱਕ ਧੋਣਾ, ਇੱਕ ਪਿੱਛੇ। ਕਹਿ ਦਿਓ ਗੱਜ ਕੇ ਸਤਿਨਾਮ। ਮੈਂ ਨਹੀਂ ਕਹਿੰਦਾ ਵੀ ਚਲੋ ਆਪਾਂ ਇੰਝ ਕਰਦੇ, ਉਹ ਪਰ ਕਿਤੇ ਤੇ ਪਕੜ ਛੱਡੀਏ। ਅੱਜ ਜਿਹੜਾ ਪ੍ਰਸੰਗ ਚੱਲ ਪਿਆ
ਬਾਕੀ ਚੀਜ਼ਾਂ ਨਿਰਬਲ ਹੋ ਗਈਆਂ, ਪਕੜ ਕਦੋਂ ਨਿਰਬਲ ਹੋਊ, ਆ ਕਦੋਂ ਨਿਰਬਲ ਹੋਊ। ਮੈਂ ਸੋਚਿਆ ਇਹ ਚੋਂ ਕਿਹੜੀ, ਫਿਰ ਆ ਸ਼ਬਦ ਆ ਗਿਆ ਜੀ, ਆ ਜਿਹੜੀ ਸੁਣਿਆ ਨਾ ਵੀ ਬੰਦਾ ਉਹਦੇ ਤੇ ਗੁੱਸਾ ਕਰਦਾ, ਤੂੰ ਬੜਾ ਗਵਾਰ ਹੈ, ਲੀਰਾਂ ਤੇ ਕਾਗਜ਼ ਇਕੱਠੇ ਕਰਦਾ। ਤੇ ਮਹਾਂਪੁਰਸ਼ ਖੜੇ ਸੀ, ਕਹਿੰਦੇ ਹੌਲੀ ਹੌਲੀ 15-20 ਇਕੱਠੇ ਹੋ ਗਏ। ਉਹ ਕਹਿੰਦੇ ਉਹਦੇ ਤੇ ਇੰਨਾ ਗੁੱਸਾ ਨਾ ਕਰ, 90% ਸੰਸਾਰ ਲੀਰਾਂ ਤੇ ਕਾਗਜ਼ ਇਕੱਠੇ ਕਰਨ ਤੇ ਹੀ ਲੱਗਾ, ਸਿਰਫ ਕਾਗਜ਼ ਤੇ ਲੀਰਾਂ ਦਾ ਮਾੜਾ ਜਿਹਾ ਫਰਕ ਹੀ ਹੈ, ਬਸ ਆਖੋ ਸਤਿਨਾਮ। ਕਬੀਰ ਸਾਹਿਬ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੇ ਕੋਏ। ਬਿਨ ਮਾਇਆ ਜਗ ਮੋਹਿਆ, ਵਿਰਲਾ ਬੂਝੇ ਕੋਏ। ਮੈਂ ਭਲੇ ਹਾਰੇ ਜਾਵਾਂ ਜੀ, ਜਿਹੜਾ ਸੋਭਾ ਨੂੰ ਮਾਰੇ, ਜਿਹੜਾ ਵਾਵਾ ਨੂੰ ਮਾਰੇ, ਜਿਹੜਾ ਕੱਪੜ ਮਾਇਆ ਦੀ ਮਾਰੇ। ਮੈਂ ਭਲੇ ਹਾਰੇ। ਕੋਈ ਉੱਠੇ ਨਾ ਜੀ, ਬਹਿ ਜਾਓ ਸਾਰੇ, ਬਹਿ ਜਾਓ, ਬਹਿ ਜਾਓ, ਉੱਠਣਾ ਨਹੀਂ ਕਿਸੇ, ਪਿਆਰ ਚ ਕਹਿ ਰਿਹਾ। ਜਿਹੜਾ ਪਕੜ, ਕਿਉਂਕਿ ਮੈਂ ਕਿਉਂ ਪਾਇਆ, ਕਿਤੇ ਇਹ ਨਾ ਕਹਿਣ ਅੱਜ ਗੁਰਗਵਾਲ ਸਿੰਘ ਨੈਗੇਟਿਵ ਹੀ ਸੁਣਾਈ ਜਾਂਦਾ, ਆਖੋ ਸਾਹਿਬ। ਹੁਣ ਇੱਕ ਪੋਜ਼ਿਟਿਵ ਸੁਣ ਲਓ, ਫਿਰ ਸਮਾਪਤੀ ਹੈ। ਤੁਸੀਂ ਕੋ ਨੈਗੇਟਿਵ ਹੀ ਸੁਣਾਈ ਜਾਂਦੇ, ਮੈਨੂੰ ਨਹੀਂ। ਗੁਰੂ ਤੇਗ ਬਹਾਦਰ ਜੀ ਦਾ ਸਲੋਕ ਹੀ ਆ ਗਿਆ ਉਹ ਵਾਲਾ ਕਿ ਸਿਰ ਕੰਪੇ ਉਹ ਪੱਗ ਡਗਮਗੇ, ਆਹ ਕੰਬਣ ਲੱਗ ਪਿਆ, ਪੈਰ ਤੇਰੇ ਡਗਮਗਾ, ਨੈਣ ਦੀ ਜੋਤ ਹੋ ਗਈ, ਹਰੀ ਰਸ ਤੱਕ ਤੂੰ ਪਹੁੰਚਿਆ ਨਹੀਂ, ਜਿਹਨੂੰ ਅੰਦਰੋਂ ਨਿਰਬਲ ਕਰਨਾ ਸੀ ਉਹ ਕੀਤਾ ਹੀ ਨਹੀਂ ਤੂੰ, ਆਖੋ ਸਤਿਨਾਮ। ਸਲੋਕ ਇਹੋ ਜਿਹਾ ਆ ਗਿਆ, ਤਾਂ ਫਿਰ ਆਪਾਂ ਨੂੰ ਚੱਲਣਾ ਪਿਆ। ਔਰ ਅੱਜ ਦੇ ਤੁਸੀਂ ਪ੍ਰਕਰਨ ਵਿੱਚੋਂ ਚੰਦ ਬੰਦੇ ਵੀ ਅਗਰ ਗੁਰੂ ਤੇਗ ਬਹਾਦਰ ਜੀ ਦੀ ਪੰਕਤੀ ਤੋਂ ਗੱਲ ਨੂੰ ਸਮਝ ਕੇ ਚਲੇ ਗਏ, ਸਾਡੇ ਬਿੱਲਾ ਵੀਰ ਜੀ ਹਰਜਿੰਦਰ ਸਿੰਘ ਜੀ ਦੀ ਯਾਦ ਜਿਹੜੇ ਪਰਿਵਾਰ ਕੋਲੋਂ ਮਨਾਈ ਜਾ ਰਹੀ ਹੈ, ਉਹ ਸਫਲ ਹੀ ਹੋ ਜਾਏਗੀ, ਆਖੋ ਸਤਿਨਾਮ। ਇਹ ਹੁੰਦੀ ਹੈ ਦਰਗਾਹ ਹਾਜ਼ਰੀ ਲੱਗ ਜਾਊ ਕਿ ਤੁਹਾਡੀ ਯਾਦ ਵਿੱਚ ਸੰਗਤਾਂ ਆਈਆਂ ਸੀ, ਕਈਆਂ ਦੀ ਇੱਕ ਇੱਕ ਪੌੜੀ ਅੱਗੇ ਚੜ ਗਈ, ਉਹ ਪ੍ਰਾਣੀ ਦਾ ਭਲਾ। ਬਾਕੀ ਚਲੋ ਬੜੀ ਪਿਆਰ ਵਾਲੀ ਰੂਹ ਸੀ। ਦੁੱਖ ਨਿਵਾਰਨ ਸਾਹਿਬ ਦਾ ਨੇਮ, ਅਧਿਆਤਮਕ ਪੜ੍ਹਾਈ, ਬੰਦਗੀ, ਸਭ ਕੁਝ ਕਿਰਪਾ, ਪਰਉਪਕਾਰ ਵੀ, ਹੋਰ ਵੀ ਬੜਾ ਕੁਝ। ਫਿਰ ਵੀ ਅਸੀਂ ਅਰਦਾਸ ਤੇ ਇਹੀ ਕਰਨੀ, ਬਖਸ਼ਣਹਾਰ ਬਖਸ਼ ਲੈ ਨਾਨਕ। ਅੱਛਾ ਜੀ, ਹੁਣ ਇੱਕ ਪੋਜ਼ਿਟਿਵ ਗੱਲ ਸੁਣ ਲਓ। ਆਪਾਂ ਕੀ ਬਣਨਾ ਸਾਰਿਆਂ ਨੇ, ਆਪਾਂ ਕੀ ਬਣਨਾ ਹੈ? ਲਾਹੌਰ ਵਿੱਚ ਦੋ ਭਰਾ, ਇੱਕ ਵੱਡਾ ਇੱਕ ਛੋਟਾ, ਇਹ ਬਹੁਤ ਸਾਰੇ ਰਾਈਟਰਾਂ ਨੇ ਵੀ ਜ਼ਿਕਰ ਲਿਖਿਆ। ਮੈਨੂੰ ਨਾਂ ਭੁੱਲ ਗਿਆ, ਉਹ ਕਣਕ ਪਾਉਂਦੇ ਸੀ ਉਹਦੇ ਵਿੱਚ, ਉਹ ਘਰਾਂ 'ਚ ਬਣਾਇਆ ਹੁੰਦਾ ਸੀ ਹੈ। ਹੁਣ ਡਰਮ ਹੁੰਦਾ ਨਾ ਜਿਹੜੇ ਸਟਾਕ ਕਰਨੀ ਹੋਵੇ ਜਿਹਨੇ, ਹੈ ਭੜੋਲੀ, ਵੱਡੀ ਸਾਡੀ ਭੜੋਲੀ ਹੁੰਦੀ ਸੀ ਜੀ ਮਿੱਟੀ ਦੀ, ਤੇ ਥੱਲੋਂ ਮੂੰਹ ਹੁੰਦਾ ਸੀ, ਉੱਤੋਂ ਦੀ ਕਣਕ ਵਿੱਚ ਪਾ ਦਈਦੀ। ਤੋ ਆਪਣੇ ਭੜੋਲੀ ਚੋਂ ਕਣਕ ਕੱਢ ਕੇ ਇੱਕ ਭਰਾ ਛੋਟਾ ਵੱਡੇ ਭਰਾ ਦੇ ਘਰ ਪਾਈ ਜਾਵੇ, ਫੇਰ ਕੱਢੇ ਟੋਕਰੀ, ਫੇਰ ਪਾਈ ਜਾਵੇ। ਭਾਈ ਮਰਦਾਨਾ ਜੀ ਬਾਬਾ ਨਾਨਕ ਕੋਲ, ਬਾਬਾ ਨਾਨਕ ਤੇ ਜਾਣੀ ਜਾਣ, ਉਹਨੂੰ ਪੁੱਛਦੇ ਕੀ ਕਰ ਰਹੇ ਆ? ਕਹਿੰਦਾ ਜੀ ਇਹ ਮੇਰੇ ਵੱਡੇ ਭਰਾ ਦਾ ਘਰ ਹੈ, ਅੱਜ ਉਹ ਵੰਡ ਗਿਆ, ਘਰ ਨਹੀਂ ਹੈਗਾ, ਮੈਂ ਆਪਣੀ ਕਣਕ ਉਹਦੇ ਭੜੋਲੀ 'ਚ ਪਾਈ ਜਾਂਦਾ ਪਿਆ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਛੋਟੇ ਵੱਡੇ ਤੇ ਛੋਟਿਆਂ ਨੂੰ ਦਿੰਦੇ ਆ, ਤੂੰ ਛੋਟਾ ਹੋ ਕੇ ਵੱਡੇ ਤੇ ਪਾਈ ਜਾਂਦਾ। ਕਹਿੰਦੇ ਜੀ ਵੱਡੇ ਛੋਟਿਆਂ ਨੂੰ ਦਿੰਦੇ ਆ, ਪਰ ਜਦੋਂ ਜ਼ਮੀਨਾਂ ਦੀ ਵੰਡ ਹੋਈ ਹੈ ਨਾ, ਭਰਾ ਦੇ ਹਿੱਸੇ ਘੱਟ ਆਈ ਹੈ। ਵੇਖੋ ਇਹ ਕਿਹੜੀ ਅਵਸਥਾ ਵੇਖੋ, ਲਹਿਰ ਹੈ ਹੀ ਨਹੀਂ। ਕਹਿੰਦੇ ਜਦੋਂ ਵੰਡ ਹੋਈ ਨਾ ਸਾਡੀ, ਤੇ ਭਰਾ ਹਿੱਸੇ ਘੱਟ ਆਈ ਜਦਾਦ, ਉਹਦੇ ਸਾਹਮਣੇ ਕੋਈ ਮਦਦ ਕਰਾਂ ਤੇ ਲੈਂਦਾ ਨਹੀਂ। ਅੱਜ ਵਾਂਡੇ ਗਿਆ
ਤੇ ਮੈਂ ਸੋਚਿਆ 8-10 ਟੋਕਰੇ ਕਣਕ ਦੇ ਉਹਦੀ ਭੜੋਲੀ 'ਚ ਪਾ ਦੇਵਾਂ, ਮੇਰੀ ਭਰਾ ਦੇ ਚਰਨਾਂ 'ਚ ਵੱਡੇ ਦੇ ਹਾਜ਼ਰੀ ਲੱਗ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਆ ਸਿੱਖ ਚਾਹੀਦਾ ਹੀ ਮੈਨੂੰ, ਆਖੋ ਸਤਿਨਾਮ, ਆ ਸਿੱਖ ਚਾਹੀਦਾ ਹੀ। ਅਗਲੇ ਦਿਨ ਮਹਾਰਾਜ ਉਲਟਾ, ਵੱਡਾ ਭਰਾ ਆਪਣੀ ਕਣਕ ਕੱਢ ਕੇ ਭੜੋਲੀ ਉਹ ਛੋਟੇ ਦੇ ਪਾਈ ਜਾਵੇ, ਆਖੋ ਸਤਿਨਾਮ। ਮਹਾਰਾਜ ਕਹਿੰਦੇ ਵੀ ਆ ਕੀ ਕਰ ਰਿਹਾ? ਕਹਿੰਦੇ ਜੀ ਮੇਰੇ ਛੋਟੇ ਭਰਾ ਦਾ ਘਰ ਹੈ, ਅੱਜ ਕੋਈ ਗਿਆ ਵਾਂਢੇ ਹੈ ਨਹੀਂ, ਮੈਂ ਸੋਚਿਆ ਵੀ ਕੁਝ ਹਾਜ਼ਰੀ ਲਾ ਦੇਵਾਂ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਤੇ ਸੁਣਿਆ ਤੇਰੇ ਹਿੱਸੇ ਜਦਾਦ ਘੱਟ ਆਈ ਹੈ, ਅਸੀਂ ਤੇ ਸੁਣਿਆ ਤੇਰੇ ਹਿੱਸੇ ਜਦਾਦ ਘੱਟ ਆਈ ਹੈ, ਤੇ ਤੂੰ ਛੋਟੇ ਤੇ ਪਾਈ ਜਾ ਰਿਹਾ ਭੜੋਲੀ 'ਚ ਕਣਕ। ਹੈਰਾਨ ਹੋ ਗਏ, ਕਹਿੰਦਾ ਮਹਾਰਾਜ ਤੁਸੀਂ ਸਹੀ ਸੁਣਿਆ, ਵਾਕਈ ਜਦਾਦ ਮੇਰੇ ਹਿੱਸੇ ਘੱਟ ਆਈ ਹੈ, ਤੇ ਫਿਰ ਤੂੰ ਆਪਣੀ ਕਣਕ ਉਧਰ ਕਿਉਂ ਪਾਈ ਜਾ ਰਿਹਾ? ਕਹਿੰਦੇ ਜੀ ਜਦਾਦ ਮੇਰੇ ਹਿੱਸੇ ਘੱਟ ਆਈ ਹੈ, ਪਰ ਜਿੰਨਾ ਆਇਆ ਗਿਆ ਰੁਕਦਾ ਨਾ, ਉਹ ਛੋਟੇ ਘਰ ਰੁਕਦਾ, ਖਰਚਾ ਉਹਦਾ ਜ਼ਿਆਦਾ, ਤੇ ਮੈਂ ਕਿਹਾ ਮੈਂ ਉਹਦੀ ਹਾਜ਼ਰੀ ਜ਼ਰੂਰ ਲਾਵਾਂ, ਆਖੋ ਸਤਿਨਾਮ। ਇੱਕ ਜਕਾਰਾ ਦਿਓ ਪਿਆਰ ਦੇ ਨਾਲ। ਆ ਸਿੱਖੀ ਇੱਥੇ ਪਹੁੰਚੋ, ਇਹਨੂੰ ਕੀ ਕਹੋਗੇ? ਉਹ ਦੋਵਾਂ ਭਰਾਵਾਂ ਦੀ ਪਕੜ ਮਰੀ ਪਈ ਏ, ਜਨਮ ਇਸ ਵਾਸਤੇ ਲਿਆ, ਇਸ ਵਾਸਤੇ। ਗੁਰ ਬਲਿਹਾਰੇ ਜਾਵੇ ਜਿਹੜਾ ਹੋ ਬਾਨੋ ਮਾਰੇ, ਜਿਹੜਾ ਵਾਵਾ ਨੂੰ ਮਾਰੇ, ਜਿਹੜਾ ਪਕੜ ਮਾਇਆ ਦੀ ਮਾਰੇ। ਬੋਲੋ ਗੁਰ ਬਲਿਹਾਰੇ ਜਿਹੜਾ, ਹਾਂ ਜਿਹੜਾ ਇਹ ਮੈਂ ਪੋਜ਼ਿਟਿਵ ਗੱਲ ਤਾਂ ਤੁਹਾਡੇ ਚਰਨਾਂ 'ਚ ਰੱਖੀ ਹੈ ਵੀ ਆ ਬਣਨਾ। ਗੁਰੂ ਨਾਨਕ ਕਹਿੰਦੇ ਮੈਨੂੰ ਆ ਸਿੱਖ ਚਾਹੀਦੇ, ਆਖੋ ਸਤਿਨਾਮ। ਆ ਚਾਹੀਦੇ ਜਿਹੜੇ ਦੂਜੇ ਦਾ ਸਵਾਰ ਕੇ ਖੁਸ਼ ਹੋਣ। ਗੁਰੂ ਤੇਗ ਬਹਾਦਰ ਜੀ ਦੇ 47ਵੇਂ ਸ਼ਲੋਕ ਦੇ ਅਰਥ ਭਾਗ 23 ਸ਼ਲੋਕ 47ਵਾਂ। ਮੇਰੇ ਮਹਾਰਾਜ ਜੀ ਕਹਿੰਦੇ ਜਿਹੜੀ ਚੀਜ਼ ਨੂੰ ਨਿਰਵਲ ਕਰਨਾ ਸੀ ਭਾਈ ਉਹ ਕੀਤੀ ਨਹੀਂ। ਵੇਖ ਉਮਰ ਦੇ ਹਿਸਾਬ ਨਾਲ ਸਿਰ ਕੰਬਦਾ ਪਿਆ, ਨੈਣ ਨਿਰਵਲ ਹੋ ਗਏ, ਸਭ ਕੁਝ ਨਿਰਵਲ ਹੋ ਗਿਆ, ਹਰੀ ਰਸ ਤੱਕ ਤੂੰ ਪਹੁੰਚਿਆ ਨਹੀਂ। ਮਹਾਰਾਜ ਉਪਦੇਸ਼ ਦੇ ਰਹੇ ਨੇ, ਸਿਰ ਕੰਬਿਓ ਪਗ ਡਗ ਮਨੇ, ਨੈਣ ਜੋਤ ਤੇ ਹੀਨ, ਕਉ ਨਾਨਕ ਬਿਦ ਭਈ, ਕਉ ਨਾ ਹਰ ਰਸ ਦੀਨ, ਕਉ ਨਾਨਕ ਬਿਦ ਭਈ, ਕਉ ਨਾ ਹਰ ਰਸ ਦੀ। ਸਾਰੇ ਬੋਲਿਓ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਸੰਗਤ ਬੋਲੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਸ੍ਰੀ ਗੁਰੂ ਤੇਗ ਬਹਾਦਰ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਸੰਗਤ ਬੋਲੇ, ਓਏ ਹੋਏ, ਬੋਲੇ